ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੈਂ ਨਾਹੀਂ ਕਛ ਹਾਉ ਨਹੀਂ, ਕਿਛ आहे ना मोरा। अवसर लज्जा राख लेह, सधना जन तोरा। धर्मां दे ठाते दरबार, तुझ बिना सुरत करै को मेरी। दर्शन दीजै खोल किवार। सतनाम श्री वाहिगुरु साहिब जीओ। सोरठ महला पंजवा, घर पहला। जाकै हिरदै वसिया तू करते, ताकि तैं आस पुजाई। दास अपने कौ तू बिसरह नाही, चरण धूर मन भाई। जाकै हिरदै वसिया तू करते, ताकि तैं आस पुजाई। दास अपने कौ तू विसरह नाही, चरण धूर मन भाई। तेरी अकथ कथा कथन ना जाई, गुण निधान सुख दाते स्वामी। सब ते ऊच बढ़ाई, रहाओ सो सो कर्म करत है प्राणी। जैसी तुम लिख पाई, सेवक कहो तुम सेवा दीनी। दर्शन देख अगाई, सर्ब निरंतर तुम्हें समाने। जा कहो तुद आप बुझाई, गुर प्रसाद मिटियो अज्ञाना। प्रगट भय सब ठाई, सोई ज्ञानी सोई ध्यानी। सोई पुरख सुभाई, कहो नानक जिस भय दयाला। ता कहो मन ते बिसर न जाई। सोई ज्ञानी सोई ध्यानी, सोई पुरख सुभाई। कहो नानक जिस भय दयाला। ता कहो मन ते बिसर न जाई। वाहिगुरु जी का खालसा, वाहिगुरु जी की फतेह। सतगुरु पातशाह साहब जी दे पावन दरबार दीयां हाज़रियां भरदियां गुरु पातशाह साहब जी दे अपने ही निज पावन स्वरूप
ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਹਿਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ। ਅੰਮ੍ਰਿਤ ਵੇਲੇ ਕੀ ਜਾਗ ਬਖਸ਼ਿਸ਼ ਕੀਤੀ ਹੈ ਅਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਸਾਹਿਬ ਦੀ ਬਖਸ਼ਿਸ਼ ਦਾ ਦਰ ਖੁੱਲ੍ਹਦਾ ਹੈ। ਸਾਹਿਬ ਨੇ ਰਹਿਮਤ ਕੀਤੀ। ਸਾਨੂੰ ਇੱਕ ਵਾਰ ਫਿਰ ਮੁੜ ਕੇ ਕੱਲ੍ਹ ਵਾਲਾ ਬਚਨ ਚੇਤੇ ਕਰਾਇਆ। ਮਹਾਰਾਜ ਨੇ ਸਾਨੂੰ ਕੱਲ੍ਹ ਵੀ ਕਿਹਾ ਸੀ ਕਿ ਪਿਆਰਿਓ, ਜਦੋਂ ਕੋਈ ਪ੍ਰੇਮ ਭਾਵ ਦੇ ਨਾਲ ਆਪਣੇ ਗੁਰੂ ਕੋਲ ਆਉਂਦਾ ਹੈ ਤੇ ਫਿਰ ਗੁਰੂ ਵੀ ਕਿਰਪਾ ਕਰਦੇ ਨਾ। ਆਪਣੇ ਸੇਵਕ ਨੂੰ ਗੁਰਪੂਰੇ ਚਰਨੀ ਲਾਇਆ, ਉਹ ਵੀ ਆਪਣੇ ਸੇਵਕ ਨੂੰ ਆਪਣੇ ਚਰਨੀ ਲਾਉਂਦੇ ਨੇ। ਅਸੀਂ ਇੱਥੇ ਕਰਕੇ ਤੇ ਇੱਥੇ ਆਣ ਬੈਠੇ ਆ ਕਿ ਮਹਾਰਾਜ ਕਿਰਪਾ ਕਰਨ ਸਾਨੂੰ ਆਪਣੇ ਚਰਨੀ ਲਾ ਲੈਣ। ਕਦੇ ਕਦੇ ਵਡੇਰਿਆਂ ਤੋਂ ਕੀਰਤਨ ਰਾਹੀਂ ਸੁਣਿਆ ਹੋਵੇਗਾ, ਹਮ ਲਾਵੇ ਆਪਣੀ ਚਰਣੀ। ਚਰਣੀ ਲਾਉਣ ਦਾ ਭਾਵ ਹੈ ਆਪਣੇ ਸ਼ਬਦ ਦੀ ਵਿਚਾਰ ਦੇ ਨਾਲ ਆਪਣੀ ਜੋ ਗੁਰਮਤਿ ਦੀ ਵਿਚਾਰਧਾਰਾ ਉਹਦੇ ਨਾਲ ਜੋੜ ਲਓ, ਆਪਣੇ ਨਾਲ ਜੋੜ ਲਓ। ਉਹ ਚਰਣੀ ਲਾਉਣਾ ਕੋਈ ਰਸਮ ਨਹੀਂ ਹੈ ਜਿਵੇਂ ਸਾਡੇ ਆਮ ਸਮਾਜ ਵਿੱਚ ਇੱਕ ਰਸਮ ਪਰੰਪਰਾ ਹੈ, ਫਲਾਣਾ ਚਰਣੀ ਲੱਗਾ ਕਿ ਨਹੀਂ ਲੱਗਾ, ਚਰਣੀ ਲੱਗ ਗਿਆ ਕਿ ਨਹੀਂ ਲੱਗ ਗਿਆ। ਇੱਕ ਮਨੋਬਿਰਤੀ ਹੈ, ਇੱਕ ਪਰੰਪਰਾ ਹੈ ਜੋ ਚੱਲਦੀ ਆ ਰਹੀ ਹੈ, ਲੇਕਿਨ ਇਹਦਾ ਅਧਿਆਤਮਤਾ ਦਾ ਕੋਈ ਬਹੁਤਾ ਫਰਕ ਨਹੀਂ ਗਾ। ਚਰਣੀ ਲੱਗਣ ਦਾ ਭਾਵ ਹੈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਹੋ, ਕੀ ਤੁਸੀਂ ਬਾਣੀ ਨਾਲ ਜੁੜ ਗਏ ਹੋ, ਬਸ। ਤੇ ਜੇ ਕਿਸੇ ਨੂੰ ਪਰੰਪਰਾ ਇੱਕ ਵਾਰ ਰਸਮ ਨਿਭਾ ਲਈ ਤੇ ਮੁੜ ਸਾਰੀ ਉਮਰ ਕਿਤੇ ਮੱਥਾ ਟੇਕਣੀ ਨਹੀਂ ਹੈ ਤੇ ਕਾਹਦਾ ਚਰਣੀ ਲੱਗਾ ਹੈ। ਚਰਣੀ ਤੇ ਉਹ ਲੱਗਾ ਹੈ ਜਿਹੜਾ ਰੋਜ਼ ਗੁਰੂ ਕੇ ਬਚਨ ਚੇਤੇ ਕਰਦਾ ਹੈ, ਗੁਰੂ ਕੇ ਬਚਨ ਪੜ੍ਹਦਾ ਹੈ, ਸੁਣਦਾ ਹੈ, ਵਿਚਾਰਦਾ ਹੈ, ਯਤਨ ਕਰਦਾ ਹੈ ਮਹਾਰਾਜ ਆਪ ਦੇ ਚਰਨਾਂ ਮੁਤਾਬਕ, ਆਪ ਦੇ ਸ਼ਬਦਾਂ ਮੁਤਾਬਕ, ਆਪ ਦੇ ਹੁਕਮਾਂ ਮੁਤਾਬਕ ਜੀਵਨ ਜੀ ਸਕਾ। ਭੁੱਲਣਹਾਰ ਹਾਂ, ਗਲਤੀਆਂ ਭੁੱਲਾਂ ਹੋ ਜਾਂਦੀਆਂ, ਪਰ ਕਿਰਪਾ ਕਰਨਾ, ਆਪਣੀ ਬਖਸ਼ਿਸ਼ ਦਿੰਦੇ ਰਹਿਣਾ ਤਾਂ ਕਿ ਮੈਂ ਆਪ ਦੇ ਚਰਨਾਂ ਨਾਲ ਜੁੜਿਆ ਰਹਾਂ। ਇਹੀ ਸੰਕਲਪ ਹਰ ਗੁਰਸਿੱਖ ਦਾ ਹੈ ਔਰ ਇਹਨਾਂ ਹੀ ਸੰਕਲਪਾਂ ਨੂੰ ਅਸੀਂ ਜੋ ਦ੍ਰਿੜਤਾ ਨਾਲ ਗ੍ਰਹਿਣ ਕਰ ਲਵਾਂਗੇ ਤੇ ਫਿਰ ਜੋ ਸ਼ਬਦ ਚਗਲੀਆਂ ਬਖਸ਼ਿਸ਼ਾਂ ਨੇ ਉਹ ਵਰਤਣ ਲੱਗ ਪੈਂਦੀਆਂ। ਜਹ ਜਾਈਏ ਤਾਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਤੇ ਨਾਲ ਹੁਕਮ ਹੈ ਭਾਈ ਚਰਣੀ ਲੱਗੇ ਰਹਿਣ ਦਾ, ਹਰ ਗੁਣ ਗਾਓ ਸਦਾ ਸੁਭਾਈ। ਚਰਣੀ ਲੱਗੇ ਰਹਿਣ ਦਾ ਮਤਲਬ ਇਹ ਹੈ ਕਿ ਹਰੀ ਗੁਣ ਗਾਉਂਦੇ ਰਹੋ। ਔਰ ਇਹੀ ਗੱਲ ਅੱਜ ਸਾਨੂੰ ਫਿਰ ਦੁਬਾਰਾ ਸ਼ਬਦ ਵਿੱਚ ਜੋ ਲੜੀਵਾਰ ਰੂਪ ਸਾਨੂੰ ਪ੍ਰਾਪਤ ਹੁੰਦੀ ਹੈ, ਫਿਰ ਖੁਲਾਸੇ ਨਾਲ ਕਹਿੰਦੇ ਭਾਈ ਪੰਚਮ ਪਾਤਸ਼ਾਹ ਮਹਾਰਾਜ ਜੀ ਕੇ ਪਾਵਨ ਬਚਨ ਰਾਗ ਸੂਰਠ ਵਿੱਚ ਫਿਰ ਘਰ ਪਹਿਲੇ ਦਾ ਸੰਕੇਤ ਦੇ ਕੇ 610 ਅੰਕ ਤੇ ਸੁਸ਼ੋਭਤ ਹੈ। ਜਾਂ ਕੈ ਹਿਰਦੈ ਵਸਿਆ ਤੂੰ ਕਰਤੇ। ਹੇ ਅਕਾਲ ਪੁਰਖ ਵਾਹਿਗੁਰੂ,
ਜਿਸ ਜੀ ਦੇ ਹਿਰਦੇ 'ਚ ਤੁਸੀਂ ਵਸ ਜਾਂਦੇ ਹੋ। ਬਸ ਇਹੀ ਤੇ ਸਭ ਤੋਂ ਵੱਡਾ ਕਰਤੱਵ ਅਸਾਂ ਨੇ ਕਰਨਾ ਚਾਹੁੰਦੇ ਹਾਂ। ਸਾਡੀ ਅਰਦਾਸ ਹੈ, ਮੋਰੇ ਹਿਰਦੇ ਵਸੋ ਗੋਪਾਲ। ਹੋਰ ਅਸੀਂ ਕੋਈ ਵੱਖਰਾ ਕੰਮ ਕਰਨ ਥੋੜ੍ਹਾ ਇੱਥੇ ਆਏ ਹਾਂ। ਕੋਈ ਵਿਸ਼ੇਸ਼ ਕਿਰਿਆ ਪੂਜਾ ਪਾਠ ਸਾਡਾ ਵਿਧਾਨ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਦੀ ਸਤ ਸੰਗਤ ਧਰਮਸ਼ਾਲਾ ਦਾ ਵਿਧਾਨ ਸਭ ਤੋਂ ਵਧੀਆ ਸਰਲ ਹੈ। ਬਸ ਆਉਣਾ ਹੈ, ਜਿੱਥੇ ਟਿਕਾਣਾ ਮਿਲਿਆ ਅਦਬ ਦੇ ਨਾਲ ਮੱਥਾ ਟੇਕ ਕੇ ਆਪਣੇ ਗੁਰੂ ਨੂੰ ਬਹਿ ਜਾਣਾ ਹੈ। ਬਸ ਗੁਰੂ ਕੇ ਸ਼ਬਦ ਨੂੰ ਸੁਣਨਾ ਹੈ। ਗਾਉਣ ਦਾ ਵਕਤ ਮਿਲੇ ਗਾਉਣਾ ਹੈ, ਪੜ੍ਹਨ ਦਾ ਵਕਤ ਮਿਲੇ ਪੜ੍ਹਨਾ ਹੈ, ਸੁਣਨ ਦਾ ਵਕਤ ਮਿਲੇ ਸੁਣਨਾ ਹੈ। ਜੋ ਕਰਨ ਨੂੰ ਵਕਤ ਮਿਲੇ ਪੂਰਾ ਕਰਨਾ, ਕਿਉਂਕਿ ਦੋ ਕੰਮ ਤਾਂ ਆਪਾਂ ਇਕੱਠੇ ਕਰ ਨਹੀਂ ਸਕਦੇ ਵੀ ਗਾ ਕੁਛ ਹੋ ਰਿਹਾ ਸੁਣ ਕੁਛ ਹੋ ਰਿਹਾ ਅਤੇ ਪੜ੍ਹ ਕੁਛ ਹੋ ਰਿਹਾ। ਐਸਾ ਤਾਂ ਨਹੀਂ ਹੋ ਸਕਦਾ ਨਾ ਕਿ ਇੱਥੇ ਆਸਾ ਕੀ ਵਾਰ ਸੁਣ ਰਹੇ ਹਾਂ ਅਤੇ ਆਪਾਂ ਕੋਈ ਹੋਰ ਪੜ੍ਹੀ ਜਾਈਏ। ਨਹੀਂ ਹੋ ਸਕਦਾ, ਫਿਰ ਦੋਨੋਂ ਕੰਮ ਪੂਰੇ ਨਹੀਂ ਹੋਣਗੇ। ਆ ਕਰਦੇ ਨੇ ਲੋਕ ਬਹੁਤ ਸਾਰੇ, ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਹੁੰਦਾ ਹੈ, ਉਹ ਆਪਣਾ ਆਪਣਾ ਰਾਮ ਕਹਾਣੀ ਲੈ ਕੇ ਬੈਠੇ ਨਹੀਂ। ਬੈਠੇ ਰਹੋ ਭਾਈ, ਮਨ ਨੂੰ ਚੰਗਾ ਲੱਗਦਾ ਥੋੜ੍ਹੇ ਸਮੇਂ ਲਈ। ਯਾਦ ਰੱਖਣਾ, ਇਹ ਥੋੜ੍ਹੇ ਸਮੇਂ ਲਈ ਚੰਗਾ ਲੱਗਦਾ। ਹਾਂ ਜੀ, ਮੈਂ ਮੱਥਾ ਵੀ ਟੇਕ ਲਿਆ, ਕੀਰਤਨ ਵੀ ਸੁਣ ਲਿਆ ਅਤੇ ਜਪਜੀ ਸਾਹਿਬ ਦਾ ਪਾਠ ਵੀ ਕਰ ਲਿਆ। 3-4 ਕੰਮ ਇਕੱਠੇ ਕਰ ਲਏ ਨੇ ਮੁਬਾਰਕ, ਪਰ ਖਟਿਆ ਕੀ? ਉੱਚੋਂ ਮਿਲਿਆ ਕੀ? ਜੋ ਕੀਰਤਨ ਕੀਤਾ ਜਾ ਰਿਹਾ ਸੀ ਉਹ ਸੁਣਿਆ? ਜਵਾਬ ਹੈ ਨਹੀਂ। ਕਿ ਮੱਥਾ ਟੇਕ ਜੋ ਸ਼ਾਂਤ ਚਿੱਤ ਬਹਿਣਾ ਸੀ 10 ਪਲ, ਉਹ ਬੈਠਾ ਹੈ? ਅਖੇ ਨਹੀਂ। ਅਤੇ ਜੋ ਪੜ੍ਹਦਿਆਂ ਆਨੰਦ ਆਉਣਾ ਸੀ ਕਿ ਉਹ ਆਇਆ ਹੀ? ਅਖੇ ਨਹੀਂ। ਅਖੇ ਕੰਨਾਂ 'ਤੇ ਤਬਲਾ ਵਾਜਾ ਵੱਜ ਰਿਹਾ ਸੀ। ਫਿਰ ਕੀਤਾ ਤੇ ਕੁਝ ਵੀ ਨਾ ਅਤੇ ਕੰਮ ਉਹੀ ਸਫਲ ਹੈ ਜੋ ਪੂਰਾ ਹੋਵੇ। ਜਿਵੇਂ ਅੱਜ ਬੱਚਿਆਂ ਦੇ ਇਮਤਿਹਾਨ ਚੱਲਦੇ ਨੇ, ਹੁਣ ਬੱਚਿਆਂ ਕੋਲ 5-7 ਸਬਜੈਕਟ ਹੁੰਦੇ ਨੇ। 5 ਸਬਜੈਕਟ ਤਾਂ ਸਾਰਿਆਂ 'ਚ ਇਮਤਿਹਾਨ ਦੇਣਾ, ਅਤੇ ਭਾਈ ਪਾਸ ਹੋਣ ਵਾਸਤੇ ਸਾਰਿਆਂ 'ਚ ਪਾਸ ਮਾਰਕਿੰਗ ਚਾਹੀਦੀ ਨਾ। ਇਹ ਥੋੜ੍ਹਾ ਕਿ ਹਾਂ ਇਮਤਿਹਾਨ ਦੇ ਆਏ ਜੀ। ਇਮਤਿਹਾਨ ਤਾਂ ਹਜ਼ਾਰਾਂ ਬੱਚੇ ਦਿੰਦੇ ਨੇ, ਪਰ ਪਾਸ ਕਿੰਨੇ ਹੁੰਦੇ ਨੇ ਵੱਖਰੀ ਗੱਲ ਹੈ। ਫਿਰ ਉਹਨਾਂ ਵਿੱਚੋਂ ਪਰਸੈਂਟੇਜ ਕਿੰਨਿਆਂ ਦੀ ਬਿਹਤਰ ਆਉਂਦੀ ਹੈ, ਫਿਰ ਵੈਲਿਊ ਤਾਂ ਉਹਨਾਂ ਦੀ ਪੈਣੀ ਨਾ। ਜਦੋਂ ਬਾਜ਼ਾਰ 'ਚ ਉਹਨਾਂ ਡਿਗਰੀਆਂ ਲੈ ਕੇ ਜਾਣਾ ਹੈ, ਅਤੇ ਚੇਤਾ ਰੱਖਣਾ, ਜਿਨ੍ਹਾਂ ਇਮਤਿਹਾਨ ਦਿੱਤੇ ਨੇ ਉਹਨਾਂ ਨੂੰ ਬਾਜ਼ਾਰ ਕੁਝ ਨਹੀਂ ਦਿੰਦਾ। ਜਿਨ੍ਹਾਂ ਨੇ ਕੁਝ ਨੰਬਰ ਲਏ ਨੇ ਉਹਨਾਂ ਨੂੰ ਬਾਜ਼ਾਰ ਕੀਮਤ ਦਿੰਦਾ ਹੈ। ਅਧਿਆਤਮ ਦੇ ਵਿੱਚ ਵੀ ਕੀਮਤ ਉਹਨਾਂ ਦੀ ਪੈਂਦੀ ਜਿਨ੍ਹਾਂ ਨੇ ਕੁਝ ਖੱਟਿਆ। ਬਸ ਅਸੀਂ ਇੱਥੇ ਨਹੀਂ ਕਹਿੰਦੇ ਕਿ ਜਿਨ੍ਹਾਂ ਨੰਬਰ ਲਏ, ਇੱਥੇ ਕਹਿੰਦੇ ਨੇ ਜਿਨ੍ਹਾਂ ਕੁਝ ਖੱਟਿਆ, ਜਿਨ੍ਹਾਂ ਕੁਝ ਕਮਾਇਆ। ਸਾਡੀ ਖੱਟੀ ਕਮਾਈ ਕਿਸ ਰੂਪ 'ਚ ਵਾਚੀ ਜਾਏਗੀ, ਵਿਚਾਰੀ ਜਾਏਗੀ, ਅਗਲੇ ਰਹੱਸਵਾਦੀ ਪੱਖਾਂ ਦਾ ਤਾਂ ਸਾਨੂੰ ਪਤਾ ਨਹੀਂ, ਕਿਉਂਕਿ ਜਦੋਂ ਸਾਡਾ ਬੀਤੇਗੀ ਤਦ ਪਤਾ ਲੱਗੇਗਾ। ਪਰ ਇਤਨਾ ਜ਼ਰੂਰ ਹੈ, ਮਹਾਰਾਜ ਕਹਿੰਦੇ ਨੇ ਪੁੱਛਿਆ ਤੇ ਇੱਥੋਂ ਜਾਣਾ, ਕਿਆ ਤੈਂ ਖੱਟਿਆ ਕਹਾਂ ਗਵਾਇਆ। ਸਾਥੋਂ ਮੇਰੇ ਤੋਂ ਤੁਹਾਡੇ ਤੋਂ ਸਾਰਿਆਂ ਤੋਂ ਪੁੱਛਿਆ ਜਾਣਾ ਵੀ ਕੀ ਖੱਟਿਆ ਜੇ। ਇੰਨੇ ਸਾਲ ਬਾਣੀ ਪੜ੍ਹਦੇ ਰਹੇ ਹੋ, ਇੰਨੇ ਸਾਲ ਕਥਾ ਕਰਦੇ ਅਤੇ ਸੁਣਦੇ ਰਹੇ ਹੋ, ਖੱਟਿਆ ਕੀ ਜੇ? ਇਹ ਮੇਥੋਂ ਹੀ ਪੁੱਛਿਆ ਜਾਣਾ, ਤੁਹਾਥੋਂ ਹੀ ਪੁੱਛਿਆ ਜਾਣਾ। ਇੰਨੇ ਸਾਲਾਂ ਤੋਂ ਕਥਾ ਸੁਣ ਰਹੇ ਹੋ, ਬਾਣੀ ਸੁਣ ਰਹੇ ਹੋ, ਦਾਵਾ ਕਰ ਸਕਦੇ ਹੋ ਕਿ ਦੇਖੋ ਜੇ ਅਸੀਂ ਸੰਪੂਰਨ ਕਥਾ ਸੁਣੀ, ਦਾਵਾ ਕਰ ਸਕਦੇ ਹਾਂ। ਮੇਰੇ ਵਰਗਾ ਵੀ ਕੋਈ ਦਾਵਾ ਕਰ ਸਕਦਾ, ਦੇਖੋ ਜੀ ਮੈਂ ਇੱਕ ਓਅੰਕਾਰ ਤੋਂ ਲੈ ਕੇ ਸਾਰੀ ਕਥਾ ਕਰ ਲਈ, ਪਰ ਅਲਟੀਮੇਟ ਕੀ ਖੱਟਿਆ? ਕਿ ਹਿਰਦੇ ਵਿੱਚ ਇੱਕ ਓਅੰਕਾਰ ਦਾ ਕੋਈ ਪੱਖ ਵਸਿਆ? ਕਿ ਨਿੰਦਾ ਚੁਗਲੀ ਈਰਖਾ ਦੁਐਸ਼ ਜੋ ਜਿਹਨੂੰ ਗੁਰਮਤਿ ਵਿੱਚ ਵਿਕਾਰ ਕਿਹਾ ਗਿਆ ਕਿ ਉਹ ਘਟੇ ਜਾਂ ਮਿਟੇ? ਅਤੇ ਜੇ ਘਟੇ ਮਿਟੇ ਨਹੀਂ, ਉੱਥੇ ਖਲੋਤੇ ਹਾਂ, ਸਾਲ ਪਹਿਲਾਂ ਵੀ ਉੱਥੇ ਹੀ ਸਾਂ, ਹੁਣ ਵੀ ਉੱਥੇ ਹੀ ਆ, ਅਤੇ ਖੱਟਿਆ ਤਾਂ ਆਪਾਂ ਖੁਦ ਨਹੀਂ ਨਾ, ਫਿਰ ਤੇ ਪਾਣੀ 'ਚ ਲਕੀਰਾਂ ਖਿੱਚ ਰਹੇ ਆ। ਨਹੀਂ, ਯਤਨ ਕਰੀਏ, ਪਾਣੀ 'ਚ ਲਕੀਰਾਂ ਨਹੀਂ, ਹੌਲੀ ਹੌਲੀ ਸਾਡੀਆਂ ਲਕੀਰਾਂ ਗਹਿਰੀਆਂ ਹੁੰਦੀਆਂ ਜਾਣ, ਅਤੇ ਲਕੀਰਾਂ ਇੰਨੀਆਂ ਗਹਿਰੀਆਂ ਹੋ ਜਾਣ ਕਿ ਜਿਵੇਂ ਪੱਥਰ 'ਤੇ ਲਕੀਰ ਹੁੰਦੀ ਹੈ। ਗੁਰੂ ਕਾ ਸ਼ਬਦ ਪੱਥਰ 'ਤੇ ਖਿੱਚੀ ਲਕੀਰ ਹੈ ਜੋ ਮਿਟਦੀ ਨਹੀਂ ਗੀ, ਸਦਾ ਅਟਲ ਹੈ, ਸਦਾ ਸੱਚ ਹੈ। ਦੇਸ਼ ਅਤੇ ਕਾਲ ਦੇ ਫਰਕ ਪੈਂਦੇ ਰਹਿਣ, ਦੇਸ਼ ਬਦਲਦੇ ਰਹਿਣ, ਸਮੇਂ ਬਦਲਦੇ ਰਹਿਣ, ਪਰ ਗੁਰੂ ਸ਼ਬਦ ਦਾ ਭਾਵ ਕਦੇ ਨਹੀਂ ਜੇ ਬਦਲਦਾ। 500 ਸਾਲ ਪਹਿਲਾਂ ਵੀ ਉਹੀ ਭਾਵ ਸੀ। ਜਿਹਨੂੰ ਪਤਾ ਹੈ ਬਾਬਾ ਫਰੀਦ ਸਾਹਿਬ ਤੇ 11ਵੀਂ 12ਵੀਂ ਸਦੀ ਦੇ ਨੇ, ਜਿਹੜੇ ਭਾਵ ਉਦੋਂ ਸੱਚ ਸ਼ਬਦ ਵਿੱਚ ਸਨ, ਅੱਜ ਵੀ ਉਹੀ ਸ਼ਬਦ ਵਿੱਚ ਨੇ। ਅਤੇ ਜਿਨ੍ਹਾਂ ਨੇ ਤੇਰੇ ਸ਼ਬਦ ਨੂੰ ਪੜ੍ਹਿਆ,
ਜਿਨ੍ਹਾਂ ਤੇਰੇ ਸ਼ਬਦ ਨੂੰ ਸੁਣਿਆ ਤੇ ਜਿਨ੍ਹਾਂ ਦੇ ਮਨ ਵਿੱਚ ਤੂੰ ਆ ਕੇ ਵਸ ਗਿਆ। ਸੁਣਿਆ, ਮੰਨਿਆ, ਮਨ ਕੀਤਾ ਭਾਉ, ਉਹਨਾਂ ਦਾ ਹੋ ਗਿਆ ਅੰਤਰਗਤ ਤੀਰਥ। ਤੀਰਥ ਦਾ ਮਤਲਬ ਹੁੰਦਾ ਪਵਿੱਤਰਤਾ ਦਾ ਮੁਕਾਮ, ਪਵਿੱਤਰਤਾ ਦਾ ਥਾਂ। ਉਹਨਾਂ ਦਾ ਹਿਰਦਾ ਪਵਿੱਤਰ ਹੋ ਗਿਆ। ਤੇ ਸਾਰੇ ਸਿਆਣੇ ਮੰਨਦੇ ਨੇ ਜਿਹੜਾ ਹਿਰਦਾ ਪਵਿੱਤਰ ਹੋ ਜਾਏ ਉਸ ਹਿਰਦੇ ਵਿੱਚ ਵਾਹਿਗੁਰੂ ਆ ਕੇ ਵਸ ਜਾਂਦੇ ਨੇ। ਔਰ ਵਾਹਿਗੁਰੂ ਦੇ ਹਿਰਦੇ 'ਚ ਵਸਣ ਵਾਸਤੇ ਸਾਨੂੰ ਕੋਈ ਕਰਮ ਕਾਂਡ ਨਹੀਂ ਕਰਨੇ, ਹਿਰਦੇ ਨੂੰ ਪਵਿੱਤਰ ਕਰਨਾ, ਨਿਰਮਲ ਕਰਨਾ। ਜਿਤਨਾ ਸਾਡਾ ਹਿਰਦਾ ਛਲ ਕਪਟ ਤੋਂ ਰਹਿਤ ਹੋ ਜਾਏਗਾ, ਉਹਨਾਂ ਲਈ ਹੀ ਕਰਤੇ ਲਈ ਥਾਂ ਬਣ ਜਾਏਗਾ। ਤੇ ਜਿਨ੍ਹਾਂ ਦੇ ਹਿਰਦੇ 'ਚ ਤੂੰ ਆ ਕੇ ਵਸ ਗਿਆ, ਜਾਂ ਕੈ ਹਿਰਦੈ ਵਸਿਆ ਤੂੰ ਕਰਤੇ। ਫਿਰ ਕਿਵੇਂ ਪਤਾ ਲੱਗੇ ਕਿ ਇਹਦੇ ਹਿਰਦੇ 'ਚ ਵਾਹਿਗੁਰੂ ਜੀ ਵਸਦੇ ਨੇ ਜਾਂ ਇਹਦੇ ਹਿਰਦੇ 'ਚ ਵਾਹਿਗੁਰੂ ਜੀ ਕਾ ਨਿਵਾਸ ਹੋ ਗਿਆ? ਤਾਂ ਕਿ ਤੈਂ ਆਸ ਪੁਜਾਈ, ਉਸ ਜੀ ਦੀਆਂ ਆਸਾਵਾਂ ਪੂਰੀਆਂ ਹੋਣ ਲੱਗ ਪਈਆਂ। ਅਸੀਂ ਤੁਸੀਂ ਆਪਣੇ ਆਪਣੇ ਹਿਰਦੇ ਨੂੰ ਦੇਖਾਂਗੇ, ਸਾਡੇ ਮਨ ਚਿੱਤ ਮੰਡਲ ਵਿੱਚ ਬੜੀਆਂ ਆਸਾਵਾਂ ਨੇ ਜਿਹੜੀਆਂ ਪੂਰੀਆਂ ਹੋਣੀਆਂ ਬਾਕੀ ਖੜੀਆਂ ਨੇ। ਇਹ ਨਹੀਂ ਕਿ ਚਲੋ ਕੁਝ ਪੂਰੀਆਂ ਹੋਈਆਂ ਹੋਣਗੀਆਂ, ਪਰ ਜਿੰਨੀਆਂ ਕੁ ਪੂਰੀਆਂ ਹੋਈਆਂ ਨੇ ਉਹ ਤੋਂ ਕਈ ਗੁਣਾ ਜ਼ਿਆਦਾ ਜੇ ਹੋਰ ਦਿਨ ਚੜ੍ਹਦੇ ਨੇ ਤਾਂ ਆਸਾਵਾਂ ਜਨਮ ਲੈਂਦੀਆਂ। ਹਰ ਰੋਜ਼ ਕੋਈ ਨਾ ਕੋਈ ਨਵੀਂ ਆਸ ਜਨਮ ਲੈ ਲੈਂਦੀ ਹੈ। ਪੁਰਾਣੀ ਅਜੇ ਪੂਰੀ ਨਹੀਂ ਹੋਈ ਹੁੰਦੀ ਕਿ ਨਵੀਂ ਬਣ ਜਾਂਦੀ। ਇੱਦਾਂ ਨਹੀਂ, ਇੱਦਾਂ ਬਣ ਜੇ ਤਾਂ ਚੰਗਾ ਸੀ। ਕਈ ਆਸਾਵਾਂ ਨੇ ਸਾਡੀਆਂ ਪੂਰੀਆਂ ਹੀ ਨਹੀਂ ਹੋ ਰਹੀਆਂ। ਹੁਣ ਮਹਾਰਾਜ ਕਹਿੰਦੇ ਨੇ ਆਸ ਪੂਰੀ ਹੁੰਦੀ ਹੈ ਜਿਹਦੇ ਹਿਰਦੇ ਤੂੰ ਹੁੰਨਾ ਉਹਦੇ ਪੂਰੀ। ਦਾ ਮਤਲਬ ਹੈ ਕਿ ਸਾਡੇ ਹਿਰਦੇ 'ਚ ਅਜੇ ਉਹ ਨਹੀਂ ਵਸਿਆ ਨਾ, ਕਿਉਂਕਿ ਉਹ ਇੱਛਾ ਪੂਰਕ ਹੈ। ਉਹਦਾ ਤਾਂ ਸਰੂਪ ਇੱਛਾ ਪੂਰਕ ਹੈ। ਜਿੱਥੇ ਹੋਏਗਾ ਉਹਦੇ ਆਲੇ ਦੁਆਲੇ ਜਿਹੜਾ ਹੋਏਗਾ ਇੱਛਾਵਾਂ ਪੂਰੀਆਂ ਹੋਣਗੀਆਂ। ਇਹਦਾ ਮਤਲਬ ਸਾਡੇ ਹਿਰਦੇ 'ਚ ਉਹ ਅਵਸਥਾ ਨਹੀਂ ਬਣੀ ਜਿੱਥੇ ਇੱਛਾ ਪੂਰਕ, ਆਸਾ ਪੂਰਕ ਵਾਹਿਗੁਰੂ ਜੀ ਦਾ ਨਿਵਾਸ ਨਾਮ ਦਾ ਹੁੰਦਾ। ਫਿਰ ਕਮੀ ਕਿੱਥੇ ਹੈ? ਕਿ ਗੁਰੂ ਕਰਤੇ ਦੇ ਨਾਮ ਦੇ ਵਿੱਚ, ਕਿ ਗੁਰੂ ਕਰਤੇ ਦੇ ਨਿਜ ਸਰੂਪ ਦੇ ਵਿੱਚ। ਤੇ ਸਿਆਣੇ ਪੁੱਛਾਂਗੇ, ਕਹਿਣ ਲੱਗੇ ਨਾ ਭਾਈ ਉਹ ਤੇ ਅਭੁੱਲ ਗੁਰੂ ਕਰਤਾਰ। ਜੇ ਉਹ ਅਭੁੱਲ ਗੁਰੂ ਕਰਤਾਰ ਹੈ ਤੇ ਫਿਰ ਕਮੀ ਕਿਤੇ ਮੇਰੇ ਕੋਲ 'ਚ ਕਮੀ ਨਾ, ਮੇਰੇ ਹਿਰਦੇ 'ਚ ਕਮੀ, ਮੇਰੇ ਸੁਭਾਅ 'ਚ ਕਮੀ, ਮੇਰੇ ਕਿਰਦਾਰ 'ਚ, ਮੇਰੇ ਵਿਵਹਾਰ 'ਚ, ਮੇਰੇ ਆਚਾਰ 'ਚ, ਫਿਰ ਮੇਰੇ ਵਿੱਚ ਕਮੀਆਂ ਨੇ। ਮੈਂ ਆਪਣੇ ਆਪ ਨੂੰ ਯਤਨ ਕਰਾਂ, ਮੈਂ ਇੱਥੇ ਆ ਸਕਾਂ। ਸਰੀਰ ਕਰਕੇ ਤੇ ਆ ਹੀ ਜਾਂਦੇ ਹਾਂ, ਮਨ ਚਿੱਤ ਕਰਕੇ ਇੱਥੇ ਆ ਸਕੀਏ। ਅਤੇ ਇੱਥੇ ਗੁਰੂ ਚਰਨਾਂ 'ਚ ਅਰਦਾਸ ਕਰੀ, ਜਿਵੇਂ ਕੱਲ੍ਹ ਅਰਦਾਸ ਕਹਿੰਦੇ, ਮਹਾਰਾਜ ਕਿਰਪਾ ਕਰੋ ਬੂਡਤ ਮੋਹ ਗ੍ਰਹਿ ਅੰਧ ਕੂਪ ਮਹਿ, ਨਾਨਕ ਲੇਹ ਨਿਬਾਹੀ। ਇਹ ਸੱਚੇ ਪਾਤਸ਼ਾਹ ਅਸੀਂ ਨਾਦਾਨ ਜਿਹੇ ਜੀ ਹਾਂ, ਘਰ ਪਰਿਵਾਰ ਦੀਆਂ ਚਿੰਤਾਵਾਂ ਇਸ ਨੂੰ ਖਾ ਜਾਂਦੀਆਂ। ਬਹੁਤੇ ਜੀ ਜੋ ਗ੍ਰਸਤੀ ਪਰਿਵਾਰੀ ਹਾਂ ਅਸੀਂ, ਸਾਡੇ ਪਰਿਵਾਰ ਦੀਆਂ ਘਰ ਦੀਆਂ ਚਿੰਤਾਵਾਂ ਹੀ ਸਾਡੇ ਸਿਰਾਂ 'ਤੇ ਹਾਵੀ ਨੇ। ਸਾਨੂੰ ਉਹੀ ਸੁੱਖ ਦਾ ਸਾਹ ਨਹੀਂ ਲੈਣ ਦਿੰਦੀਆਂ। ਅਸੀਂ ਨਾ ਚਿੰਤਾ ਦੇ ਸਾਗਰਾਂ ਵਿੱਚ ਹੀ ਡੁੱਬਦੇ ਜਾ ਰਹੇ। ਮਹਾਰਾਜ ਕਿਰਪਾ ਕਰੋ ਨਾ, ਇਸ ਘਰ ਪਰਿਵਾਰ ਸੰਸਾਰ ਦੇ ਜੋ ਚਿੰਤਾਵਾਂ ਨੇ ਤੇ ਜਿਨ੍ਹਾਂ ਚਿੰਤਾਵਾਂ ਦੇ ਖੂਹ 'ਚ ਡਿੱਗ ਪਏ ਆ, ਕਿਰਪਾ ਕਰੋ ਤੁਸੀਂ ਸਾਡਾ ਨਿਰਵਾਹ ਕਰ ਦਿਓ। ਇਹ ਛੱਡ ਸਕਦੇ ਨਹੀਂ, ਹੁਕਮ ਵੀ ਹੈ ਤੁਹਾਡਾ ਇਹਦੇ ਵਿੱਚ ਰਹਿਣਾ ਹੈ, ਫਿਰ ਇਹਦੇ ਵਿੱਚ ਹੀ ਨਿਰਵਾਹ ਕਰਵਾਓ ਨਾ। ਅਤੇ ਉਹ ਨਿਰਵਾਹ ਹੋਵੇ ਦੀ ਜੁਗਤ ਹੈ, ਹਿਰਦੇ ਵਿੱਚ ਵਾਹਿਗੁਰੂ ਜੀ ਨੂੰ ਥਾਂ ਦਿਓ। ਬਸ ਆਪਣੇ ਹਿਰਦੇ 'ਚ ਵਾਹਿਗੁਰੂ ਜੀ ਲਈ ਥਾਂ ਬਣਾਓ। ਬੜਾ ਪਿਆਰਾ ਬਚਨ ਪਿੱਛੇ ਪਾਠ ਕਰਦਿਆਂ ਕਰਦਿਆਂ ਪੜ੍ਹੇਗਾ। ਮਹਾਰਾਜ ਨੇ ਸਾਨੂੰ ਫਿਰ ਪੁੱਛਿਆ ਕਿ ਭਾਈ ਤੇਰੇ ਹਿਰਦੇ 'ਚ ਵਾਹਿਗੁਰੂ ਜੀ ਲਈ ਕੋਈ ਥਾਂ ਬਾਕੀ ਹੈ? ਕਹਿੰਦਾ ਤੇ ਰੋਜ਼ ਹੈ ਮਹਾਰਾਜ ਕਿਰਪਾ ਕਰੋ ਨਾਮ ਦਾਨ ਦਿਓ, ਨਾਮ ਦਾਨ ਦਿਓ, ਲੇਕਿਨ ਨਾਮ ਦਾਨ ਪਾਵੇਂਗਾ ਕਿੱਥੇ? ਤੇਰੇ ਹਿਰਦੇ ਦਾ ਕੋਈ ਕੋਣਾ ਖਾਲੀ ਹੈ? ਜਿਵੇਂ ਸਾਡੇ ਘਰ ਕੋਈ ਸੱਜਣ ਮਿੱਤਰ ਦਾ ਬੱਚਾ ਰਹਿਣਾ ਆਵੇ ਤੇ ਕੀ ਕਹਿੰਦੇ ਭਾਈ ਥਾਂ ਦੀ ਕਮੀ ਹੈ, ਸਾਡੇ ਇੱਕ ਨਾ ਥਾਂ ਦੀ ਕਮੀ ਹੈ, ਕਮਰਾ ਖਾਲੀ ਕੋਈ ਨਹੀਂ, ਘਾਟ ਹੈ, ਇਸ ਕਰਕੇ ਅਸੀਂ ਹੋਰ ਕਿਸੇ ਜੀ ਨੂੰ ਇੱਥੇ ਨਹੀਂ ਰੱਖ ਸਕਦੇ, ਮਸਾਂ ਸਾਡਾ ਗੁਜ਼ਾਰਾ ਹੈ। ਅਤੇ ਮਹਾਰਾਜ ਕਹਿੰਦੇ ਕਿ ਅਰਦਾਸ ਤੇ ਕਰਦਾ ਕਿ ਵਾਹਿਗੁਰੂ ਜੀ ਆਓ, ਪਰ ਵਾਹਿਗੁਰੂ ਜੀ ਨੂੰ ਬਿਠਾਏਂਗਾ ਕਿੱਥੇ? ਕਿ ਤੇਰੇ ਹਿਰਦੇ 'ਚ ਕਿਤੇ ਕੋਈ ਟਿਕਾਣਾ ਹੈ? ਰਸ ਸੋਇਨਾ ਰਸ ਰੂਪਾ ਪਰਮਲ, ਰਸ ਪਰਮਲ ਕੀ ਵਾਸ, ਏਤੇ ਰਸ ਸਰੀਰ ਕੈ ਕੈ ਘਟ ਨਾਮ ਨਿਵਾਸ। ਭਾਈ ਹਿਰਦੇ ਦਾ ਕੋਈ ਕੋਣਾ ਹੈ ਹੀ ਜਿੱਥੇ ਨਾਮ ਦਾ ਨਿਵਾਸ ਹੋ ਸਕੇ? ਅਤੇ ਪਤਾ ਲੱਗਾ ਉੱਥੇ ਤੇ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਹੈ। ਕਿਤੇ ਸੋਨੇ ਦਾ ਰਸ ਪਿਆ ਹੈ,
किते चांदी का, किते खाण पीण का, किते ऐशो आराम का, किते दुनिया के चौधराइतां वडियाइयां, इन्हां दे रस पए ने। वो नाम रस वास्ते कोई खाना हैगा ही? यतन करिए ना, फिर दुनिया के अन रसां नूं विसारीए। ये बाबा फरीद कबीर साहब के जिक पढ़ने अगे जाके, पिछे भी आप पढ़ चुके हैं। रारा रस निरस कर जानिया, होए निरस सुरस पहचानिया। ते जदों समझ आई ये रस छाड़े, वो रस आवा, वो रस पिया, ये रस नहीं भावा। एक बार नाम रस समझ आ गया, फिर दुनिया के रस चंगे नहीं लगणगे। जिसते हिरदे च वाहिगुरू जी नाम करके वस जाते ने, ਉਹਦੀਆਂ ਸਾਰੀਆਂ ਆਸਾਵਾਂ पूरियां हो जांदियां ने। इस करके महाराज जी बेनती करे, महाराज तुसीं ते कृपा कर दिओ। दास अपने कहो तू विसरै नाही। ये तुहाडा एक होर सुभाਅ है, तुसीं कदे भी भुलदे नहीं हो। असीं भुलदे हां, असीं ही भुले होए हां। याद रखना, अज जदों वडेरियां दी संगत करदे हां ते वडेरे की कहंदे, किसी रब नूं गवा लिया? नहीं, रब नूं भुला दिता है। असीं रब नूं गवाया नहीं है, असीं रब नूं भुलाया है। इसे करके सानूं कहा जांदा सिमरन करो। सिमरन मतलब की चेते कर लो, रब नूं चेते कर लो, क्योंकि रब सदा चेते रखदा जे। वो नहीं जे चेता पाउंदा, वो भुल है। भुलण अंदर सब को असीं भुल जाने आ, वो नहीं जे भुलदा। ते फिर असीं उत्थे पहुँचीए कि ना वो भुले ते ना असीं भुले। वडेरे अरदास करते हुंदे सी, कदे कदे वडेरियां दी अरदास की शब्दावली नूं सुनिया होवेगा, ना भुली ना भुलाई, ना विसरी ना विसारी। ये वडेरे कई बार घरां च अरदास करदे ते निजी अरदास दा बोल वडेरियां को सुनिया, हे सच्चे पातशाह तुसीं ना भुल जाओ। असीं भुल जांदे हां, ये साडा सुभाਅ बन गया। पर कृपा करियो, ये तुहाडा सुभाਅ है कि तुसीं अपने सेवक नूं कदे भी भुलदे नहीं। दास अपने कहो तू विसरहि नाही। तुसीं अपने दासां नूं कदे नहीं भुलदे। इतिहास साखियां पढ़ते सुनदे आ, बड़े वड्डे वड्डे नाम, दूर दुराडे ते बैठे भगतां दे नाम साखियां चों पढ़े सुने जाते हैं, क्योंकि वो अपने दास नूं कदे भुलदे थोड़ा ने। हुण किहड़े दास नूं नहीं भुलदे? उन ते बड़े सेवक सेवादार होणगे ना, क्योंकि दशमेश का एक बचन असीं साहित्यक मंडलों च पढ़िया। श्री आनंदपुर साहब विखे जदों महाराज ने खालसे की सिरजना का कौतक रचना है, उस तो कुछ समा पहला महाराज ने हर तबके का, हर मंडल के लोगों के इम्तिहान लाए ने। बड़े इम्तिहान जिहदा किते साहित्यक ते सिद्धांतक तौर पर पढ़ना, श्रावक शुद्ध समूह सिद्धान के देख प्रयोग कर जोग जति के, सूर सुरार्दन शुद्ध साधक संत समूह अनेक मति के, सारे ही देश को देख रहे हो। सारे लोगों को महाराज ने वारी वारी वखरा वखरा परखिया, ते कहते एक बार बहुत विद्वान पंडितों को परखिया। पंडित परखे ठीक है, गलबात विचार वटांदरे होए, उसका जिक्र महाराज ने बहुता नहीं किया भी विचार वटांदरे ते खुले मंडल होंदे ना। खुले मंडल होने तो बाद जब भोजन छकण का वक्त आया तो गुरमत की मर्यादा मुताबक एक नगाड़े की आवाज़ अरदास तो बाद हुई, संगत आके पंगतां च बैठ के लंगर पानी छकण लग पे। वो जो अपने आप को श्रेष्ठ मन बैठे सी, वो विटर बैठे, वो नाराज़ हो गए भी सानू तो इस पहला सदिया नहीं, सानू तो पहली प्रथम साड़ी पंगत होनी चाहिए सी। देखिया दोपहर तक वो लंगर के संपूर्ण होने का वक्त हो रहा है, वो लोग छकने नहीं आए। महाराज ने स्नेहा भेजा, भाई की गल फलाना फलाना लंगर नहीं छकण आए। उन्होंने रोसा गिला किया, जिन्होंने पंजाबी ने रोष प्रगट किया, देखो जो तुहाडे लंगर वालियां ने जो सेवादार सन साडा अपमान किया। महाराज ने किया भी की गल है, उन्होंने लंगर चों उठाया, वध घट बोलिया, कहने लगे नहीं पहली पंगत साड़ी लगनी सी, इन्हां पहली पंगत साड़ी नहीं लगनी थी। आ पता नहीं किहड़ी किहड़ी जात दे किहड़ी किहड़ी बरादर लोग आके पहला ही बह गए थां मल के, असीं कित्थे बहिंदे, सानू तो तुहानूं पहला बुलाना चाहिए सी ना। उत्थे महाराज ने एक बड़ा प्यारा जिहा बचन किया जो कई बार वड्डियां तो सुनिया होगा। महाराज कहने लगे, मिश्र जी कोई गल नहीं, गयो याद ते भूल,
मैनू तुहाडा चेता भुल गया। ये वेखण नूं गल निक्की जी है, पर गल बड़ी वड्डी है। जिसनों असीं इग्नोर करना होवे ना, कल नूं आके मिले, लो जी तुसीं फंक्शन ते सदिया नहीं, ओहो की करिए चेता ही भुल गया। आपां घरां 'च इदां ही करदे ना, घर छोटी मोटी पार्टी की, कोई खुशी का फंक्शन किया, किसी नूं आपां सदिया नहीं, इग्नोर करता, कल नूं राह गली मिल गया, वो फिर उड़ामा जिहा देंदा अपणत्व जता के, देखो जी असीं ते पुराने मित्र सां, रिश्तेदार सां, तुसीं सानूं भुल ही गए सर, तुसीं ओह गल ते करनी सी, काली काली च ना तुहानूं फोन करना ही भुल गए। ਇਹਦਾ मतलब ਕੀ ਸੀ? ਛੱਡਿਆ ਤੇ ਜਾਣ ਕੇ ਸੀ, पर ਉਹਨੂੰ ਠੰਡਿਆ ਕਰਨ ਵਾਸਤੇ ਕਿਹਾ ਨਹੀਂ ਨਹੀਂ ਭੁੱਲ ਗਏ। ਪਰ ਚੇਤਾ ਰੱਖਣਾ, ਅਸੀਂ ਤੁਸੀਂ ਵੀ ਭੁੱਲਦੇ ਕਿਹਨੂੰ? ਜਿਹਨੂੰ ਇਗਨੋਰ ਕਰਦੇ ਆ। ਪਰ ਗੁਰੂ ਕਰਤਾ ਕਿਹਨੂੰ ਇਗਨੋਰ ਕਰਦਾ? ਚੇਤਾ ਰੱਖਣਾ, ਜਿਹੜਾ ਗੁਰੂ ਦੇ ਆਤਮਿਕ ਮੰਡਲਾਂ 'ਤੇ ਪਹੁੰਚ ਨਹੀਂ ਬਣਾ ਪਾਉਂਦਾ, ਜਿਹੜਾ ਖਰਾ ਸਾਬਤ ਨਹੀਂ ਹੁੰਦਾ, ਜਿਹੜਾ ਸੱਚਾ ਸਾਬਤ ਨਹੀਂ ਹੁੰਦਾ, ਉਹਨੂੰ ਗੁਰੂ ਭੁੱਲਦੇ ਜੇ। ਕਹਿੰਦੇ ਨਾ, ਗਇਓ ਯਾਦ ਤੇ ਭੁੱਲਣਾ ਕੋਪ ਚਿਤਾਰੋ। ਹਾਂ, ਤੁਹਾਡੇ ਖਾਣ ਪੀਣ ਨੂੰ ਸਭ ਨੂੰ ਰਿਜ਼ਕ ਰੋਟੀ ਮਿਲਦੀ ਹੈ। ਇਹ ਬਚਨ ਰਹੱਸਵਾਦੀ ਨੇ। ਗੁਰੂ ਕਰਤੇ ਦੇ ਘਰੋਂ ਰਿਜ਼ਕ ਉਹਨਾਂ ਨੂੰ ਵੀ ਮਿਲਦਾ ਹੈ ਜੋ ਗੁਰੂ ਕਰਤੇ ਦੇ ਘਰ ਨੂੰ ਵੱਟੇ ਮਾਰਦੇ ਨੇ, ਸ਼ਾਮ ਨੂੰ ਰੱਜ ਕੇ ਵੀ ਖਾਂਦੇ ਨੇ। ਮਹਾਰਾਜ ਕਹਿੰਦੇ ਕਿ ਬਾਗੋ ਨਿਹਾਲੀ ਪਠੈ ਦੇ ਹੋਂ, ਤੁਹਾਡੇ ਖਾਣ ਪੀਣ ਦਾ, ਰੋਟੀ ਤੇ ਕੱਪੜੇ ਦਾ ਪ੍ਰਬੰਧ ਕਰ ਦਿਆਂਗੇ। ਇੰਤਜ਼ਾਮ ਸਭ ਦਾ ਕੀਤਾ ਜਾ ਰਿਹਾ ਹੈ। ਜਿਹੜੇ ਮੰਦਰਾਂ ਦੇ ਦੀਵੇ ਜਗਾਉਂਦੇ ਨੇ ਉਹਨਾਂ ਦਾ ਵੀ, ਤੋਂ ਦੀਵੇ ਬੁਝਾਉਂਦੇ ਨੇ ਉਹਨਾਂ ਦਾ ਵੀ, ਜੋ ਧਰਮ ਮੰਦਰਾਂ ਦੇ ਪ੍ਰਤੀ ਚੰਗੇ ਬੋਲਦੇ ਨੇ, ਚੰਗੇ ਕਰਤੱਵ ਕਰਦੇ ਨੇ, ਜੋ ਮੰਦੇ ਕਰਤੱਵ ਕਰਦੇ ਨੇ, ਰਾਤ ਨੂੰ ਰੱਜ ਕੇ ਰੋਟੀ ਦੋਨੋਂ ਖਾਂਦੇ ਨੇ, ਕਿਉਂਕਿ ਮਹਾਰਾਜ ਨੇ ਕਿਹਾ ਬਾਗੋ ਨਿਹਾਲੀ ਪਠੈ ਦੇ ਹੋਂ, ਤੁਹਾਡਾ ਖਾਣ ਪੀਣ ਦਾ ਪ੍ਰਬੰਧ ਹੋ ਜਾਏਗਾ। ਪਰ ਚੇਤਾ ਰੱਖੋ, ਤੁਹਾਡਾ ਜਦੋਂ ਲੋੜ ਸੀ, ਜਦੋਂ ਬਖਸ਼ਿਸ਼ ਵੰਡਣੀ ਸੀ, ਤੁਹਾਡਾ ਚੇਤਾ ਭੁੱਲ ਗਿਆ। ਪਰ ਆਪਣੇ ਸੇਵਕਾਂ ਨੂੰ ਕਦੇ ਨਹੀਂ ਜੀ ਭੁੱਲਦੇ। ਉਹਦੇ ਵਾਸਤੇ ਤੁਰ ਕੇ ਜਾਂਦੇ ਜੇ। ਕਿਤੇ ਦੇਖਣਾ, ਗੁਰੂ ਨਾਨਕ ਪਾਤਸ਼ਾਹ ਨੇ ਚੜ੍ਹਿਆ ਸੁਦਨ ਧਰਤ ਲੁਕਾਈ ਦਾ ਕਰਤੱਵ ਕੀਤਾ, ਅਤੇ ਤੁਰ ਕੇ ਸਭ ਤੋਂ ਪਹਿਲਾਂ ਕਿਹਦੇ ਘਰ ਗਏ ਨੇ? ਜਿਹੜਾ ਸਦੇ ਵੀ ਨਹੀਂ ਭੇਜਦਾ, ਭਾਈ ਲਾਲੋ ਦੇ ਕੁੰਡੇ ਆਪ ਖੜਕਾਉਂਦੇ ਨੇ, ਆਪ ਪਹੁੰਚ ਜਾਂਦੇ ਨੇ। ਗੱਲ ਸਮਝ ਆਏ? ਕਿਹੜਾ ਜੀ ਹੈ? ਚਰਨ ਧੂੜ ਮਨ ਭਾਈ, ਜਿਸ ਸੇਵਕ ਨੇ ਤੁਹਾਡੇ ਚਰਨ ਧੂੜ ਨੂੰ ਹਿਰਦੇ 'ਚ ਵਸਾ ਲਿਆ, ਜਿਸ ਸੇਵਕ ਨੇ, ਜਿਸ ਭਗਤ ਜਨ ਨੇ ਆਪਣੇ ਗੁਰੂ ਕਰਤੇ ਦੀ ਚਰਨ ਧੂੜ ਨੂੰ ਮਨ ਚੰਗਾ ਮੰਨ ਲਿਆ, ਉਸ ਨੂੰ ਗੁਰੂ ਕਰਤਾ ਜੀ ਕਦੇ ਨਹੀਂ ਭੁੱਲਦੇ। ਇੱਕ ਤੇ ਹੋਰ ਥੋੜ੍ਹਾ ਜਿਹਾ ਖੁਲਾਸਾ ਆਪਾਂ ਸਮਝ ਲਈਏ। ਚਰਨ ਧੂੜ ਦਾ ਮਤਲਬ ਇਹ ਨਹੀਂ ਕਿ ਕੇਵਲ ਅਸੀਂ ਇੱਥੋਂ ਕੋਈ ਚੁਟਕੀ ਭਰ ਕੇ ਪੁੜੀ ਬਣਾ ਕੇ ਲੈ ਲਿੱਤੀ, ਇਹਨੂੰ ਚੇਤਾ ਰੱਖ ਲਿਆ ਕਿਹੜੇ ਆਲੇ 'ਚ ਰੱਖੀ ਹੈ। ਇਹਦਾ ਕੋਈ ਬਹੁਤਾ ਵੱਡਾ ਅਧਿਆਤਮਿਕ ਮੰਡਲਾਂ 'ਚ ਮਾਇਨੇ ਨਹੀਂ ਗਾ। ਉਹ ਇੱਕ ਅਲੱਗ ਅਵਸਥਾ ਹੁੰਦੀ ਹੈ, ਜਦੋਂ ਕਿਤੇ ਉਹ ਸਮੇਂ ਮੁਤਾਬਕ ਹੁੰਦੀ ਹੈ ਕਿ ਉਹ ਚੁਟਕੀ ਬਹੁਤ ਕੁਝ ਕਰ ਜਾਂਦੀ ਜਦੋਂ ਕਿਸੇ ਦੇ ਮਸਤਕ 'ਤੇ ਲੱਗਦੀ, ਪਰ ਉਹ ਕੇਵਲ ਕੁਝ ਅਵਸਥਾਵਾਂ ਹੁੰਦੀਆਂ, ਹਰ ਸਮੇਂ ਨਹੀਂ ਹੁੰਦਾ। ਹਰ ਸਮੇਂ ਚਰਨ ਧੂੜ ਦਾ ਮਤਲਬ ਹੈ ਗੁਰੂ ਸ਼ਬਦ ਵਿਚਾਰ, ਗੁਰੂ ਸ਼ਬਦ ਦਾ ਚੇਤਾ ਰਹਿਣਾ। ਗੁਰਬਾਣੀ 'ਚ ਬੜਾ ਪਿਆਰਾ ਬਚਨ ਹੈ, ਜਦੋਂ ਕਿਤੇ ਸਾਡੇ ਤੁਹਾਡੇ 'ਚ ਬਹਿਸਾਂ ਹੁੰਦੀਆਂ ਅਤੇ ਮਹਾਰਾਜ ਨੇ ਸਾਡੀਆਂ ਬਹਿਸਾਂ ਨੂੰ ਜਵਾਬ ਦੇਣ ਲਈ, ਵਿਰਾਮ ਦੇਣ ਲਈ ਇੱਕ ਬਚਨ ਉਚਾਰਿਆ, ਗੁਰ ਕੇ ਚਰਨ ਸ਼ਬਦ ਗੁਰੂ ਕੋ, ਗੁਰੂ ਕੇ ਚਰਨ ਪੂਜੋ, ਗੁਰੂ ਕੇ ਚਰਨ ਸਿਮਰੋ, ਗੁਰੂ ਕੇ ਚਰਨ ਸਰੇਵੋ। ਬਹੁਤ ਵਾਰ ਹੋਵੇਗਾ, ਮਤਲਬ ਗੁਰੂ ਕੇ ਸ਼ਬਦਾਂ ਨੂੰ ਪੜ੍ਹੋ, ਗੁਰੂ ਕੇ ਸ਼ਬਦਾਂ ਨੂੰ ਸੁਣੋ, ਗੁਰੂ ਕੇ ਸ਼ਬਦਾਂ ਦੇ ਮੁਤਾਬਕ ਕਰਮ ਕਰੋ, ਤਾਂ ਹੀ ਗੁਰੂ ਕੇ ਚਰਨਾਂ ਨੂੰ ਪੂਜਿਆ ਜਾਏਗਾ। ਦਰਸ਼ਨ ਵਿੱਚ ਸਾਨੂੰ ਸਮਝਾਇਆ ਜਾਂਦਾ ਹੈ ਕਿ ਚਰਨਾਂ ਨੂੰ ਭਾਵ ਅਸੀਂ ਪੈਰ ਕਹਿੰਦੇ ਹਾਂ, ਅਤੇ ਪੈਰਾਂ ਦਾ ਕਰਤੱਵ ਕੀ ਹੈ? ਸਰੀਰ ਨੂੰ ਚਲਾ ਕੇ ਕਿਤੇ ਲੈ ਜਾਣਾ। ਪੈਰਾਂ ਦੇ ਸਦਕੇ ਚੱਲਦੇ ਹਾਂ, ਪੈਰਾਂ ਦਾ ਇੰਨਾ ਹੀ ਕੰਮ ਹੈ ਨਾ ਵੀ ਭਾਈ ਕਿਤੇ ਚੱਲ ਕੇ ਜਾਣਾ। ਮੰਜ਼ਿਲ 'ਤੇ ਪਹੁੰਚ ਕੇ ਤੇ ਪੈਰਾਂ ਦਾ ਕੰਮ ਮੁੱਕ ਜਾਂਦਾ। ਇਸੇ ਤਰ੍ਹਾਂ ਜਿਹਦੇ ਸਦਕੇ ਚੱਲ ਕੇ ਜਾਣੇ ਉਹ ਸਾਡੇ ਚਰਨ ਨੇ, ਸਾਡੇ ਪੈਰ ਨੇ। ਗੁਰੂ ਕਿਤੇ ਦੇ ਕਿਹਦੇ ਸਦਕੇ ਚੱਲ ਕੇ ਜਾਂਦੇ ਜੇ? ਗੁਰੂ ਗਿਆਨ ਸਰੂਪ ਹੈ, ਅਤੇ ਗਿਆਨ ਕਿਹਦੇ ਸਦਕੇ ਚੱਲ ਕੇ ਜਾਂਦਾ ਹੈ? ਗਿਆਨ ਟਰੈਵਲ ਕਰਦਾ ਹੈ ਸ਼ਬਦ ਦੇ ਸਦਕੇ। ਮੈਂ ਬਸ਼ਬਦ ਬੋਲ ਰਿਹਾ, ਗੁਰਬਾਣੀ ਕਾ ਆਪ ਸੁਣਦੇ ਹੋ ਅਤੇ ਪ੍ਰਾਪਤ ਕੀ ਕਰ ਰਹੇ ਹੋ? ਵਿਚਲਾ ਗਿਆਨ। ਇਹ ਦੋ ਧਿਰਾਂ ਨੂੰ ਸਾਨੂੰ ਸਮਝ ਆ ਸਕਦਾ ਹੈ। ਇਹ ਸ਼ਬਦ ਦੇ ਸਦਕੇ ਗਿਆਨ ਟਰੈਵਲ ਕਰਦਾ ਹੈ। ਇਸ ਕਰਕੇ ਭਾਈ ਸ਼ਬਦ ਗੁਰੂ ਨੂੰ, ਜਦੋਂ ਗਿਆਨ ਗੁਰੂ ਨੂੰ ਸਿਮਰਨਾ, ਸੇਵਣਾ, ਪੂਜਣਾ ਹੈ, ਉਹਦਾ ਭਾਵ ਹੈ ਗੁਰੂ ਸ਼ਬਦ ਨੂੰ ਸਿਮਰਨਾ, ਗੁਰੂ ਸ਼ਬਦ ਨੂੰ ਪੜ੍ਹਨਾ, ਗੁਰੂ ਸ਼ਬਦ ਵਿਚਾਰਨਾ। ਅਤੇ ਜੋ ਧੂੜ ਹੈ,
ਧੂੜ ਦਾ ਮਤਲਬ ਹੁੰਦਾ ਉਹ ਖਿਆਲ ਜਿਹੜੇ ਗੁਰੂ ਦੇ ਸ਼ਬਦ ਦੇ ਆਲੇ ਦੁਆਲੇ ਘੁੰਮਦੇ ਨੇ। ਵੀ ਚਰਨਾਂ ਨੂੰ ਜੋ ਖਾਕ ਲੱਗ ਜਾਂਦੀ ਹੈ ਤੇ ਧੂੜ ਹੀ, ਅਤੇ ਜੋ ਚਰਨਾਂ ਨੂੰ ਖਾਕ ਲੱਗ ਜੇ ਤੇ ਝੜੇ, ਅਸੀਂ ਕਹਿੰਦੇ ਚਰਨ ਧੂੜ ਹੈ। ਜਿਹੜੇ ਵਿਚਾਰ ਸਾਨੂੰ ਸਮਾਜ 'ਚੋਂ ਮਿਲਦੇ ਨੇ, ਦੁਨੀਆ 'ਚੋਂ ਮਿਲਦੇ ਨੇ, ਵਡੇਰਿਆਂ ਤੋਂ, ਵਿਦਵਾਨਾਂ ਤੋਂ ਮਿਲਦੇ ਨੇ, ਪਰ ਉਹ ਗੁਰਬਾਣੀ ਸ਼ਬਦ ਨਾਲ ਟੈਲੀ ਹੁੰਦੇ ਨੇ, ਉਹ ਚੰਗੇ ਗੁਰਬਾਣੀ ਨਾਲ ਜੁੜਦੇ ਨੇ। ਉਹਨਾਂ ਸ਼ਬਦਾਂ ਨੂੰ ਇਕੱਠਿਆਂ ਕਰਨਾ, ਉਹਨਾਂ ਵਿਚਾਰਾਂ ਨੂੰ ਇਕੱਠਿਆਂ ਕਰਨਾ, ਚਰਨ ਧੂੜ ਇਕੱਠੀ ਕਰਨਾ ਹੈ, ਉਹ ਕੀਮਤ ਰੱਖਦੀ ਹੈ। ਉਹ ਵਿਚਾਰ ਜੀਵਨ ਤਬਦੀਲੀ ਦਿੰਦੇ ਨੇ। ਉਹ ਵਿਚਾਰ, ਉਹ ਖਿਆਲ ਜੋ ਅਸੀਂ ਬਾਹਰੋਂ ਗਿਆਨੀਆਂ ਵਿਦਵਾਨਾਂ ਤੋਂ ਲਏ ਨੇ, ਪਰ ਜਦੋਂ ਗੁਰ ਸ਼ਬਦ ਨਾਲ ਜੁੜਦੇ ਹਾਂ ਤਾਂ ਦੁਰਸਤ ਹੋ ਜਾਂਦੇ ਨੇ। ਉਹ ਸ਼ਬਦ ਵਿਚਾਰ, ਉਹ ਖਿਆਲ, ਚਰਨ ਧੂੜ, ਉਹ ਖਿਆਲ ਜਿਨ੍ਹਾਂ ਦੇ ਮਨ ਨੂੰ ਚੰਗੇ ਲੱਗਦੇ ਨੇ। ਉਹਨਾਂ ਨੂੰ ਤੁਸੀਂ ਨਹੀਂ ਭੁੱਲਦੇ ਜਿਨ੍ਹਾਂ ਨੂੰ ਤੁਹਾਡੇ ਖਿਆਲ ਚੰਗੇ ਲੱਗਦੇ, ਜਿਨ੍ਹਾਂ ਨੂੰ ਤੁਸੀਂ ਚੰਗੇ ਲੱਗਦੇ ਹੋ। ਪਤਾ ਕਿਉਂ? ਤੇਰੀ ਅਕਥ ਕਥਾ ਕਥਨ ਨ ਜਾਏ। ਹੀ ਸੱਚੇ ਪਾਤਸ਼ਾਹ, ਤੇਰੀ ਤੇ ਕਥਾ ਹੀ ਬੜੀ ਵੱਡੀ ਹੈ, ਅਕਥ ਕਥਾ ਹੈ। ਸਾਨੂੰ ਕਿਹਾ ਜਾਂਦਾ ਹੈ, ਅੱਜ ਜਿਨ੍ਹਾਂ ਨਿਤਨੇਮ ਸਵੇਰੇ ਸਵੇਰੇ ਕੀਤਾ ਹੋਣਾ, ਪੜ੍ਹਿਆ ਹੋਣਾ, ਅਕਥ ਕੀ ਕਥਾ ਕਰੇ ਭਾਈ, ਕਥੇ ਹੋ ਅਕਥ ਕਹਾਣੀ। ਅਕਥ ਦੀ ਕਥਾ ਕਹਾਣੀ ਕਰਿਆ ਕਰੋ। ਅਕਥ ਕਹਾਣੀ ਕਿਹੜੀ? ਗੁਰਬਾਣੀ, ਜਿਹਨੂੰ ਕਦੇ ਅਸੀਂ ਕਥਨ ਵਿੱਚ ਨਹੀਂ ਲੈ ਸਕਦੇ, ਪਰ ਫਿਰ ਵੀ ਕਥਾ ਕਰਦੇ ਹਾਂ। ਸਾਰੀ ਉਮਰ ਬੋਲਣਾ ਹੈ, ਸਾਰੀ ਉਮਰ ਜਪਣਾ ਹੈ, ਅਤੇ ਜਪਣਾ ਕੀ? ਗੁਰੂ ਕਾ ਸ਼ਬਦ। ਗੁਰੂ ਕੇ ਸ਼ਬਦ ਨੂੰ ਗਾਉਣਾ ਵੀ ਕਥਾ ਹੈ, ਪੜ੍ਹਨਾ ਵੀ ਕਥਾ ਹੈ, ਵਿਆਖਿਆਤਮਕ ਵਿਚਾਰੇ ਵੀ ਕਥਾ ਹੈ, ਕਿਉਂਕਿ ਇਹੀ ਸਭ ਤੋਂ ਉੱਤਮ ਹੈ। ਇਹ ਨਾਮ ਦੀ ਵਿਚਾਰ ਕਹਿਣ ਲੱਗੇ, ਇਹ ਅਕਾਲ ਪੁਰਖ ਵਾਹਿਗੁਰੂ, ਤੇਰੀ ਕਹਾਣੀ ਤਾਂ ਸਦੀਆਂ ਤੋਂ ਚੱਲਦੀ ਆ ਰਹੀ ਹੈ, ਸਦੀਆਂ ਤੱਕ ਚੱਲਦੀ ਰਹਿਣੀ ਹੈ। ਇਹ ਕਥੀ ਨਹੀਂ ਜਾ ਸਕਦੀ, ਕਿਉਂਕਿ ਕੋਈ ਸ਼ਬਦ, ਕੋਈ ਕਹਾਣੀ ਥੋੜ੍ਹਾ ਇੱਥੋਂ ਸ਼ੁਰੂ ਕੀਤੀ ਅਤੇ ਉੱਥੇ ਮੁੱਕ ਗਈ। ਨਹੀਂ, ਇਹ ਤਾਂ ਅਨੰਤ ਹੈ। ਇੱਕ ਬੇਨਤੀ ਹੈ, ਗੁਣ ਨਿਧਾਨ ਸੁਖ ਦਾਤੇ ਸੁਆਮੀ। हे ਸੱਚੇ ਪਾਤਸ਼ਾਹ, ਤੁਸੀਂ ਗੁਣਾਂ ਦੇ ਖਜ਼ਾਨੇ ਅਤੇ ਸਭ ਨੂੰ ਸੁਖ ਦੇਣ ਵਾਲੇ ਹੋ। ਸਭ ਤੇ ਊਚ ਵਡਾਈ। ਜਦੋਂ ਵਡਿਆਈਆਂ ਦੀ ਜ਼ਿਕਰ ਹੋਏਗਾ ਤੇ ਤੁਹਾਡੀ ਵਡਿਆਈ ਸਭ ਤੋਂ ਵੱਡੀ ਹੈ। ਇਸੇ ਕਰਕੇ ਰੋਜ਼ਾਨਾ ਕਹਿ ਜਾਂਦਾ, ਵੱਡੀ ਹੂੰ ਵੱਡਾ ਪਾਰ ਤੇਰਾ ਮਰਤਬਾ। ਇਹ ਤੁਕਾਂ ਤਕਰੀਬਨ ਕੀਰਤਨ ਦੀ ਸੰਪੂਰਨਤਾ ਦੇ ਨਾਲ ਰੋਜ਼ਾਨਾ ਗਾਈਆਂ ਜਾਂਦੀਆਂ ਨੇ। ਵੱਡੀ ਹੂੰ ਵੱਡਾ ਪਾਰ ਤੇਰਾ ਮਰਤਬਾ, ਤੇਰਾ ਮਰਤਬਾ, ਤੇਰਾ ਰੁਤਬਾ, ਤੇਰਾ ਮੁਕਾਮ ਸਭ ਤੋਂ ਉੱਚਾ ਹੈ। ਅਤ ਉੱਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਕੋਟ 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 ਲਖ ਧਾਵੈ, ਇੱਕ ਤਲਤਾ ਕੋ ਮਹਿਲ ਨਾ ਪਾਵੇ। ਅਸੀਂ ਰੋਜ਼ਾਨਾ ਪੜ੍ਹਦੇ ਹਾਂ, ਸ਼ਾਮ ਦੇ ਵਕਤ ਵੀ ਆ ਪੜ੍ਹਦੇ ਹੋਗੇ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਕਹਿਣ ਲੱਗੇ ਸਭ ਤੇ ਊਚ ਵਡਾਈ ਰਹਾਓ। ਪਿਆਰ ਨਾਲ ਕਹਿਣ ਲੱਗੇ, ਹੁਣ ਸਾਡੇ ਤੁਹਾਡੇ ਜੀਆਂ ਵੱਲ ਵੇਖ ਕੇ ਕਹਿੰਦੇ, ਅਸੀਂ ਤੁਸੀਂ ਵੱਖੋ ਵੱਖਰੇ ਤਰੀਕਿਆਂ ਦੇ ਕਰਮ ਕਰਤੱਵ ਕਰ ਰਹੇ ਹਾਂ। ਇੱਕ ਹੀ ਘਰ ਪਰਿਵਾਰ ਵਿੱਚ ਤੇ 4 ਜੀ ਨੇ ਅਤੇ 4 ਦੇ ਸੁਭਾਅ ਅਲੱਗ-ਅਲੱਗ ਨੇ। ਇੱਕੋ ਹੀ ਵਪਾਰ 'ਚ ਬੈਠੇ ਨੇ, ਸੁਭਾਅ ਅਲੱਗ-ਅਲੱਗ ਨੇ, ਕਰਮ ਅਲੱਗ-ਅਲੱਗ ਹੋ ਜਾਂਦੇ ਨੇ। ਹੁਣ ਕਿਉਂ ਕਰਦੇ ਨੇ? ਅਸੀਂ ਕਈ ਵਾਰ ਘਰ ਪਰਿਵਾਰ 'ਚ ਬੱਚਿਆਂ 'ਤੇ ਦਬਾਅ ਪਾਉਂਦੇ ਹਾਂ, ਦੇਖੋ ਜੀ ਆ ਦੂਜਾ ਇੱਦਾਂ ਕਰਦਾ, ਤੂੰ ਇੱਦਾਂ ਕਿਉਂ ਨਹੀਂ ਕਰਦਾ। ਇੱਕ ਭੈਣ ਭਰਾ ਇੱਦਾਂ ਕਰਦਾ, ਦੂਜਾ ਕਿਉਂ ਨਹੀਂ ਕਰਦਾ। ਸਾਡਾ ਲੱਖਾਂ ਦਾ ਯਤਨ ਕਰਕੇ ਵੀ ਉਹ ਉੱਦਾਂ ਨਹੀਂ ਕਰਦਾ। ਉਹ ਸਾਡੇ ਕੀਤੇ ਕਰਤੱਵ ਦੇ ਦੂਜੇ ਪਾਸੇ ਕਰ ਜਾਂਦਾ ਹੈ। ਪਤਾ ਕਿਉਂ? ਸੋ ਸੋ ਕਰਮ ਕਰਤ ਹੈ ਪ੍ਰਾਣੀ। ਪ੍ਰਾਣੀ ਉਹੀ ਕਰਮ ਕਰਦੇ ਨੇ। ਆ ਜਿਤਨੇ ਅਸੀਂ ਕਰਮ ਕਰ ਰਹੇ ਹਾਂ, ਘਰ ਪਰਿਵਾਰ ਸੰਸਾਰ ਵਿਵਹਾਰ ਕਿਰਦਾ ਜੋ ਕੁਝ ਵੀ, ਇਹ ਕਿਸਾ ਕਰਦੇ ਆ ਜੈਸੀ ਤੁਮ ਲਿਖ ਪਾਈ। ਬਸ ਇਹੀ ਗੱਲ ਜੋ ਸਾਡੇ ਆਮ ਜੀਆਂ ਦੇ ਸਮਝ ਵਿੱਚ ਨਹੀਂ ਆਉਂਦੀ, ਜਿਸ ਦੇ ਨਤੀਜਨ ਅਸੀਂ ਚੰਗਾ ਅਤੇ ਮੰਦਾ ਕਹੀ ਜਾਂਦੇ। ਮਹਾਰਾਜ ਇੱਥੇ ਜੀ ਉਹੀ ਕਰਮ ਕਰਦੇ ਨੇ ਜੈਸੇ ਕਰਮ ਦਾ ਹੁਕਮ ਤੁਸਾਂ ਕਿਸੇ ਦੇ ਬਾਬਤ ਪਾ ਦਿੱਤਾ ਹੈ। ਜੈਸੀ ਹੁਕਮੀ ਕਲਾ ਤੁਸਾਂ ਵਰਤਾ ਦਿੱਤੀ ਹੈ, ਉਹ ਜੀ ਵੈਸੇ ਕਰਮ ਕਰਦਾ ਜਾਏਗਾ। ਨਹੀਂ ਤੇ ਕਦੇ ਵੇਖਿਆ ਜੇ, ਚਲੋ ਆਪਣੇ ਘਰਾਂ ਦੀ ਗੱਲ ਛੱਡੀਏ, ਗੁਰੂ ਰਾਮਦਾਸ ਦੇ ਘਰ ਜਨਮ ਲੈ ਕੇ ਵੀ ਜੀ ਆਪਣੇ ਗੁਰੂ ਪਿਤਾ ਨੂੰ ਨਹੀਂ ਮੰਨ ਰਿਹਾ, ਉਹ ਪ੍ਰਿਥੀ ਚੰਦ ਹੋ ਜਾਂਦਾ। ਗੁਰੂ ਰਾਮਦਾਸ ਦੇ ਘਰ ਜਨਮ ਲੈ ਕੇ ਵੀ ਜੀ ਆਪਣੇ ਭੈਣ ਭਰਾਵਾਂ ਚਾਚੇ ਤਾਇਆਂ ਨੂੰ ਹੀ ਨਹੀਂ ਮੰਨ ਰਿਹਾ, ਮਾਮਿਆਂ ਨੂੰ ਨਹੀਂ ਮੰਨ ਰਿਹਾ, ਉਹ ਮਹਾਦੇਵ ਹੋ ਜਾਂਦਾ। ਜੀ ਮਹਾਦੇਵ ਨੂੰ ਪੁੱਛੇ ਕਿ ਲਗਾ ਕੌਣ ਕਿਸਕਾ ਚਾਚਾ, ਕੌਣ ਤਾਇਆ, ਕੋਈ ਕਿਸੇ का नहीं है। ਸਾਰੇ ਰਿਸ਼ਤੇ ਤਿਆਗ ਦਿੱਤੇ ਉਹਨੇ। ਪ੍ਰਿਥੀ ਚੰਦ ਨੇ ਗੱਲ ਕਰੋ, ਕਹਿੰਦਾ ਰੁਪਇਆ ਹੀ ਸਭ ਤੋਂ ਵੱਡਾ, ਰੁਪਇਆ ਹੈ ਤੇ ਰਿਸ਼ਤਾ ਹੈ, ਰੁਪਇਆ ਨਹੀਂ ਤੇ ਕੋਈ ਰਿਸ਼ਤਾ ਨਹੀਂ
है तो गुरु घर च जन्मे, गुरु घर च प्रगटे और गुरु की गोद का आनंद माणते ने। ये साडे वास्ते समझाण वास्ते ने कि भाई कुछ गल्लां ਉਹ ਹੁੰਦੀਆਂ ਜਿਹੜੀਆਂ ਸਾਡੇ ਮਨੁੱਖੀ ਤਾਣੇ ਬਾਣੇ ਤੋਂ ਪਾਰ ਨੇ, ਜਿਨ੍ਹਾਂ ਨੂੰ ਅਸੀਂ ਚਾਹ ਕੇ ਵੀ ਨਹੀਂ ਬਦਲ ਸਕਦੇ। ਇਸੇ ਕਰਕੇ ਇਤਿਹਾਸਕ ਤੇ ਨਾਸਤਕ, ਚੰਗੇ ਤੇ ਮੰਦਿਆਂ ਦਾ ਖਲਾਰਾ ਪਿਆ ਹੋਇਆ। ਘਰ ਪਰਿਵਾਰ ਵਿੱਚ ਇੱਕ ਦੂਜੇ ਦੇ ਮਤ ਵਿਰੋਧੀ ਹੋ ਜਾਂਦੇ ਆ, ਕਿਉਂਕਿ ਕਰਤੇ ਦੀ ਕਲਾ ਹੀ ਕਿਹੋ ਜਿਹੀ ਹੈ, ਕਿਸੇ ਨੂੰ ਕਿਸੇ ਪਾਸੇ ਲਾਤਾ ਹੈ, ਕਿਸੇ ਨੂੰ ਕਿਸੇ ਪਾਸੇ ਲਾਤਾ ਹੈ, ਕਿਸੇ ਨੂੰ ਕਿਤੇ ਲਾ ਦਿੱਤਾ ਹੈ। ਹਰ ਜੀ ਆਪਣਾ ਕਰਤੱਵ ਕਰਦਾ ਹੈ। ਅਧਿਆਤਮ ਦਰਸ਼ਨ ਵਿੱਚ ਜਿਹਨੂੰ ਅਸੀਂ ਫਿਲਾਸਫੀ ਕਹਿੰਦੇ ਆ, ਉਹਦੇ 'ਚ ਜਾ ਕੇ ਸਮਝ ਆਉਂਦੀ ਹੈ ਕਿ ਬ੍ਰਹਮੰਡੀ ਪਸਾਰੇ ਨੂੰ ਕਾਇਮ ਰੱਖਣ ਵਾਸਤੇ ਇੱਥੇ ਸਭ ਚੀਜ਼ਾਂ ਦੀ ਜ਼ਰੂਰਤ ਹੈ। ਜੇ ਫਲ ਪ੍ਰਾਪਤ ਕਰਨਾ ਹੈ ਤੇ ਫੁੱਲ ਦੀ ਜ਼ਰੂਰਤ ਹੈ ਨਾ, ਤੇ ਜੇ ਫੁੱਲ ਪ੍ਰਾਪਤ ਕਰਨਾ ਤੇ ਪੱਤਿਆਂ ਦੀ ਜ਼ਰੂਰਤ ਹੈ ਨਾ, ਤੇ ਜੇ ਪੱਤੇ ਚਾਹੀਏ ਤੇ ਟਾਹਣੀ ਦੀ ਜ਼ਰੂਰਤ ਹੈ ਨਾ, ਤੇ ਜੇ ਟਾਹਣੀ ਚਾਹੀਏ ਤੇ ਮੁੱਢ ਦੀ ਜ਼ਰੂਰਤ ਹੈ, ਮੁੱਢ ਚਾਹੀਏ ਤੇ ਬੀਜ ਦੀ ਜ਼ਰੂਰਤ ਹੈ। ਹੁਣ ਜੋ ਅਸੀਂ ਬੀਜ ਮਿੱਟੀ 'ਚ ਗਾਲ ਦਿੱਤਾ ਹੈ, ਉਹ ਸਮੇਂ ਬਾਅਦ ਜਾ ਕੇ ਸਾਨੂੰ ਫਲ 'ਚੋਂ ਪ੍ਰਾਪਤ ਹੋ ਜਾਣਾ ਹੈ। ਪਰ ਉੱਥੋਂ ਤੱਕ ਪ੍ਰਾਪਤੀ ਤੱਕ ਪਹੁੰਚਣ ਵਾਸਤੇ ਵਿਚਕਾਰ ਕਿਤਨਾ ਕੁਝ ਸਿਲਸਿਲਾ ਵਰਤਣਾ ਹੈ, ਜਿਹੜਾ ਬੀਜ ਵਰਗਾ ਨਹੀਂ ਗਾ, ਬੀਜ ਦੇ ਸੁਭਾਅ ਵਰਗਾ ਨਹੀਂ ਗਾ, ਬੀਜ ਦੀ ਸ਼ਕਲ ਵਰਗਾ ਨਹੀਂ ਗਾ, ਫਲ ਦੇ ਰਸ ਵਰਗਾ ਨਹੀਂ ਗਾ, ਬਲਕਿ ਉਲਟਾ ਹੈ। ਕੌੜਾ ਵੀ ਹੋਏਗਾ, ਤਿੱਖਾ ਵੀ ਹੋਏਗਾ, ਸੂਲਾਂ ਵੀ ਹੋਣਗੀਆਂ, ਲੇਕਿਨ ਫਿਰ ਵੀ ਉਹ ਚਾਹੀਦਾ, ਕਿਉਂਕਿ ਫਲ ਚਾਹੀਦਾ। ਤਾਣੇ ਬਾਣੇ ਨੂੰ ਬਣਤਰ ਨੂੰ ਬਣਾਉਣ ਵਾਸਤੇ ਇਹ ਸਭ ਐਲੀਮੈਂਟਸ ਚਾਹੀਦੇ ਨੇ, ਚੰਗੇ ਵੀ ਚਾਹੀਦੇ ਨੇ, ਮੰਦੇ ਵੀ ਚਾਹੀਦੇ। ਆ ਦਰਸ਼ਨ ਸਾਨੂੰ ਇੱਕ ਵਾਰ ਸਮਝਾਉਂਦੇ ਵਿਦਵਾਨ ਨੇ ਬੜੀ ਪਿਆਰੀ ਗੱਲ ਕਹੀ ਵੀ ਤੁਸੀਂ ਬਹੁਤੇ ਘਰਾਂ 'ਚ ਵੇਖੋ, ਆਮ ਘਰਾਂ 'ਚ ਕਿਸੇ ਸਾਊ ਮਿਡਲ ਕਲਾਸ ਘਰ 'ਚ ਵੇਖਦੇ ਹਾਂ, ਘਰ ਦੇ ਬਜ਼ੁਰਗ ਪਹਿਲਾਂ ਉੱਠਦੇ ਵਡੇਰੇ ਇਸ਼ਨਾਨ ਪਾਨ ਕਰਦੇ ਨੇ, ਆਪਣੇ ਘਰ ਦੇ ਨਿਯਮਾਂ ਧਰਮਾਂ ਦੇ ਮੁਤਾਬਕ ਧੂਪ ਬੱਤੀ ਲੈ ਕੇ ਕੋਈ ਬੈਠਾ ਹੈ, ਕੋਈ ਗੁਟਕਾ ਲੈ ਕੇ ਬੈਠਾ ਹੋਏਗਾ, ਕੋਈ ਦੀਵਾ ਬਾਲ ਕੇ ਆਪਣੇ ਆਪਣੇ ਘਰਾਂ 'ਚ ਆਪਣੇ ਆਪਣੇ ਤਰੀਕੇ ਦੇ ਪੂਜਾ ਪਾਠ ਦੇ ਸਿਲਸਿਲੇ ਆਰੰਭ ਹੋ ਜਾਂਦੇ ਨੇ। ਹਰ ਕੋਈ ਜੀ ਘਰ ਦੀ ਸਾਫ ਸਫਾਈ 'ਚ ਰੁੱਝਾ ਹੋਇਆ। ਅਤੇ ਜੇ ਕੋਈ ਮਾੜੀ ਗੱਲ ਕਰਨਾ ਨਾ ਸਵੇਰੇ ਸਵੇਰੇ ਨਹੀਂ ਕਰਨੀ ਭਾਈ, ਇਹ ਬਾਅਦ 'ਚ ਕਰਾਂਗੇ ਪਹਿਲਾਂ। ਪਰ ਇੱਕ ਘਰ ਉਹ ਵੀ ਹੈ, ਉਹ ਸਵੇਰੇ ਸਵੇਰੇ ਉੱਠਦਾ ਹੈ, ਬਾਂਸ ਦੀ ਖਪਚੀ ਚੁੱਕਦਾ ਹੈ, 2 ਤਾਰਾਂ ਚੁੱਕਦਾ ਹੈ ਅਤੇ ਤੁਹਾਡੇ ਦਰਵਾਜ਼ੇ ਅੱਗੇ ਆਵਾਜ਼ ਦੇ ਰਿਹਾ ਨਾਲੀਆਂ ਸਾਫ਼ ਕਰਾ ਲਓ। ਉਸੇ ਵਕਤ ਤੁਸੀਂ ਪੂਜਾ ਕਰਨ ਲਈ ਬੈਠੇ ਹੁੰਦੇ ਹੋ ਅਤੇ ਉਹ ਆਵਾਜ਼ ਦੇ ਰਿਹਾ ਹੁੰਦਾ ਨਾਲੀ ਸਾਫ਼ ਕਰਾ ਲਓ। ਤੁਸੀਂ ਕਹੋਗੇ ਲੈ ਇਹਦੇ 'ਤੇ ਕੱਪੜੇ ਗੰਦੇ ਨੇ, ਮੈਂ ਤਾਂ ਇਸ਼ਨਾਨ ਪਾਉਣ ਦਾ ਸਮਾਂ ਇਹ ਚੜੇ 'ਚ ਨਾਲੀਆਂ 'ਚ ਹੱਥ ਪਾਏਗਾ ਸੀਵਰ। ਭਾਈ ਤੁਹਾਡੇ ਘਰ ਨੂੰ ਸਾਫ਼ ਰੱਖਣ ਵਾਸਤੇ ਉਹ ਵੀ ਜ਼ਰੂਰੀ ਹੈ। ਜੇ ਉਹ ਨਾ ਹੋਵੇ ਤਾਂ ਤੁਹਾਡਾ ਘਰ ਸਾਫ਼ ਨਹੀਂ ਰਹਿ ਸਕਦਾ। ਇਸ ਸੰਸਾਰ ਨੂੰ ਚਲਾਉਣ ਵਾਸਤੇ ਇੱਕ ਬਹੁਤ ਚਿੱਟ ਕੱਪੜੀਆ ਪਵਿੱਤਰ ਵਿਅਕਤਿਤਵ ਵੀ ਚਾਹੀਦਾ ਹੈ, ਅਤੇ ਸੰਸਾਰ ਨੂੰ ਚਲਾਉਣ ਵਾਸਤੇ ਉਹ ਬੰਦਾ ਵੀ ਚਾਹੀਦਾ ਹੈ ਜੋ ਗਟਰ 'ਚ ਹੱਥ ਪਾ ਸਕਦਾ ਹੋਵੇ, ਜੋ ਉਤਰ ਸਕਦਾ ਹੋਵੇ। ਤਾਂ ਹੀ ਤੇ ਸੰਸਾਰ ਚੱਲਣਾ ਨਾ। ਇੱਥੇ ਨਿੰਦਕ ਵੀ ਚਾਹੀਦੇ ਨੇ, ਇੱਥੇ ਉਸਤਤ ਕਰਨ ਵਾਲੇ ਵੀ ਚਾਹੀਦੇ ਨੇ, ਇੱਥੇ ਵਿਰੋਧੀ ਵੀ ਚਾਹੀਦੇ ਨੇ, ਇੱਥੇ ਭਲੇ ਵੀ ਚਾਹੀਦੇ ਨੇ, ਤਾਂ ਸੰਸਾਰ ਦਾ ਤਾਣਾ ਬਾਣਾ ਸਥਾਪਿਤ ਹੁੰਦਾ ਹੈ। ਅਤੇ ਮਤ ਖਿਆਲ ਕਰਨਾ ਕੋਈ ਆਪ ਲੱਗਦਾ ਹੈ, ਇਹ ਕਰਤਾ ਦਿੰਦਾ, ਕਿਸੇ ਨੂੰ ਕੀ ਰੋਲ ਦਿੰਦਾ, ਕਿਸੇ ਨੂੰ ਕੀ ਰੋਲ ਦਿੰਦਾ। ਸੋ ਸੋ ਕਰਮ ਕਰਤ ਹੈ ਪ੍ਰਾਣੀ, ਜੈਸੀ ਤੁਮ ਲਿਖ ਪਾਈ। ਜੈਸੀ ਤੁਸਾਂ ਲਿਖ ਦਿੱਤਾ ਹੁਕਮ, ਜੈਸੀ ਕਲਮ ਵੜੀ ਹੈ ਮਸਤਕ, ਜਿਹੋ ਜਿਹੇ ਕਰਮ ਲੇਖ ਭਾਗ ਲਿਖੇ ਨੇ। ਇਸੇ ਕਰਕੇ ਇੱਕ ਬਚਨ ਸੀ ਬੜਾ ਪਿਆਰਾ ਪੜ੍ਹਦੇ ਹੁੰਦੇ ਹਾਂ, ਕਾਠ ਕੀ ਪੁੱਤਰੀ ਕਹਾਂ ਕਰੇ ਬਪੁਰੀ, ਖਿਲਾਵਨ ਹਾਰੋ ਜਾਣੈ, ਜੈਸੋ ਭੇਖ ਕਰਾਵੇ ਬਾਜੀਗਰ, ਉਹ ਤੈਸੋ ਹੀ ਸਾਜਿਆ ਨੇ। ਸਾਡਾ ਕੀ ਭਾਈ, ਸਾਨੂੰ ਜਿਸ ਪਾਸੇ ਬਿਠਾ ਦਿੰਦੇ ਬਿਠਾ। ਇਸੇ ਰਾਗ ਵਿੱਚ ਜਦੋਂ ਆਪਾਂ ਜਾ ਕੇ ਵਾਰ ਪੜ੍ਹਨੀ ਆ, ਉੱਥੇ ਇੱਕ ਜ਼ਿਕਰ ਮਿਲਣਾ ਹੈ। ਗੁਰੂ ਦਰਬਾਰ 'ਚ ਮੱਥਾ ਟੇਕਣ ਸੇਵਕ ਆਏ, ਮਹਾਰਾਜ ਤੋਂ ਪੁੱਛਿਆ, ਮਹਾਰਾਜ ਕੋਈ ਸੇਵਾ ਬਖਸ਼ੋ। ਸੇਵਾ ਬਖਸ਼ੀ, ਇੱਛਾ ਜੀ ਸੇਵਾ ਕਰੋ। ਤੂੰ ਭਾਈ ਦਰਵਾਜ਼ੇ 'ਤੇ ਖਲੋ ਜਾ, ਤੂੰ ਇੱਥੇ ਖਲੋ ਜਾ, ਤੂੰ ਮੇਰੇ ਕੋਲ ਬਹਿ ਜਾ। ਹੁਣ ਤਿੰਨਾਂ ਨੂੰ ਸੇਵਕਾਂ ਨੂੰ, ਇੱਕ ਨੂੰ ਸੜਕ 'ਤੇ ਖੜਾ ਕਰ ਦਿੱਤਾ, ਤੂੰ ਦਰਵਾਜ਼ੇ 'ਤੇ ਖਲੋ ਜਾ। ਇੱਕ ਨੂੰ ਵਿਚਕਾਰ ਖੜਾ ਕਰਤਾ, ਤੂੰ ਪੱਖਾ ਚੱਲ। ਇੱਕ ਨੂੰ ਆਪਣੇ ਕੋਲ ਖੜਾ ਕਰ ਲੈ, ਤੂੰ ਚੌਰ ਦੀ ਸੇਵਾ ਕਰ। ਹੋ ਸਕਦਾ ਅਗਿਆਨਤਾ ਕਰਕੇ ਜਿਹੜਾ ਚੌਰ ਦੀ ਸੇਵਾ ਕਰਨ ਲੱਗਾ ਹੈ, ਉਹ ਆਪਣੇ ਆਪ ਨੂੰ ਵੱਡਾ ਸਮਝ ਬੈਠੇ, ਅਤੇ ਜਿਹਨੂੰ ਦਰਵਾਜ਼ੇ 'ਤੇ ਖੜਾ ਕੀਤਾ ਅਸੀਂ ਉਸ ਨੂੰ ਨਾਦਾਨ, ਮੂਰਖ ਅਤੇ ਮਾੜਾ ਕਹਿ ਬੈਠੀਏ। ਪਰ ਗੁਰੂ ਮਹਾਰਾਜ ਵੱਲੋਂ ਤਾਂ ਕੋਈ ਫਰਕ ਨਹੀਂ ਨਾ। ਮਹਾਰਾਜ ਕਹਿੰਦੇ ਕਿ ਇੱਕ ਸੇਵਕ ਗੁਰ ਪਾਸ, ਇੱਕ ਗੁਰ ਕਾਰੈ ਲਾਈਆਂ। ਇੱਕ ਸੇਵਕਾਂ ਨੂੰ ਆਪਣੇ ਕੋਲ ਬਿਠਾ ਲਿਆ, ਕੋਈ ਸੇਵਾ ਲਈ ਬਿਠਾ ਦਿੱਤਾ ਵੀ ਕੀਰਤਨ ਕਰੋ, ਸੇਵਾ ਲੱਗੀ, ਕਥਾ ਕਰ, ਸੇਵਾ ਲੱਗੀ, ਤੁਸੀਂ ਸੁਣੋ, ਸੇਵਾ ਲੱਗੀ, ਉੱਥੇ ਬਹਿ ਜਾਓ, ਸੇਵਾ ਲੱਗੀ, ਤੂੰ ਗੇਟ 'ਤੇ ਖਲੋ ਜਾ, ਸੇਵਾ ਲੱਗੀ।
ਹੁਣ ਸਾਡੇ ਸਾਰਿਆਂ ਦੇ ਵਿੱਚੋਂ ਬਰਕਤ ਤੇ ਬਖਸ਼ਿਸ਼ ਕਿਹਨੂੰ ਮਿਲਣੀ ਆ? ਜਿਨ੍ਹਾਂ ਗੁਰ ਪਿਆਰਾ ਮਨ ਚਿੱਤ। ਭਾਵੇਂ ਮੇਰੇ ਵਰਗਾ ਕੋਈ ਕਥਾ ਕਰਦਾ ਤੇ ਭਾਵੇਂ ਕੋਈ ਬਾਹਰ ਡੰਡਾ ਲੈ ਕੇ ਸੜਕ ਤੇ ਖਲੋਤਾ ਹੈ, ਵਿਚਕਾਰ ਸਾਡੇ ਬਹੁਤ ਸਾਰੇ ਅਲੱਗ-ਅਲੱਗ ਡਿਊਟੀਆਂ ਤੇ ਜੀ ਹੋਣਗੇ, ਪਰ ਬਖਸ਼ਿਸ਼ ਪਿਆਰ ਉਹਨੂੰ ਮਿਲਣਾ ਹੈ ਜਿਹੜਾ ਮਨ ਕਰਕੇ ਚਿੱਤ ਕਰਕੇ ਗੁਰੂ ਨੂੰ ਪ੍ਰੇਮ ਕਰੇਗਾ ਤੇ ਕਹੇਗਾ ਮੇਰੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ, ਮੈਨੂੰ ਸੇਵਾ ਬਖਸ਼। ਸੇਵਕ ਕਹੋ ਤੁਮ ਸੇਵਾ ਦੇਣੀ ਕਹਿਣਾ ਸਭ ਕੇ ਲਗੇ। ਮਹਾਰਾਜ ਤੁਸਾਂ ਕੀ ਕੀਤਾ ਹੈ? ਸੇਵਕ ਕਹੋ ਤੁਮ ਸੇਵਾ ਦੀਨੀ। ਆਪਣੇ ਸੇਵਕ ਨੂੰ ਤੁਸਾਂ ਸੇਵਾ ਦਿੱਤੀ ਹੈ ਤੇ ਜੋ ਵੀ ਕਰਮ ਮਿਲੇ ਹੈ ਉਸ ਨੂੰ ਸੇਵਾ ਦੇ ਭਾਵ ਨਾਲ ਜੋ ਕੋਈ ਕਰੇਗਾ ਤੇ ਉਸ ਨੂੰ ਬਖਸ਼ਿਸ਼ ਮਿਲੇਗੀ, ਤੇ ਜੇ ਮਜਬੂਰੀ 'ਚ ਕਰੇਗਾ ਤੇ ਫਿਰ ਮਜਬੂਰੀ ਬੱਧਾ ਚੱਟੀ ਜੋ ਭਰੇ। ਹੁਣ ਕਈ ਵਾਰ ਹੁੰਦਾ ਨਾ, ਖਿਮਾ ਕਰਨਾ ਸਾਡੇ ਵਿੱਚ ਹੀ ਹੈ, ਆ ਘਰਾਂ 'ਚ ਆਪ ਜੀ ਦੇਖਦੇ ਹੋਗੇ, ਕੀਰਤਨ ਹੋਇਆ, ਅਖੰਡ ਪਾਠ ਸਾਹਿਬ ਹੋਇਆ ਤੇ ਕਿਸੇ ਨੂੰ ਕਹਿ ਦੇਣਾ ਇੱਥੇ ਭਾਈ ਘੰਟਾ ਬਹਿ ਜਾ, ਚੌਰ ਦੀ ਸੇਵਾ ਕਰ ਲੈ, ਮਜਬੂਰੀ 'ਚ ਕਰ ਰਿਹਾ, ਤੇ ਕੋਈ ਖੱਟ ਰਿਹਾ ਉੱਥੋਂ ਕੋਈ ਕਮਾ ਰਿਹਾ ਨਹੀਂ। ਮਜਬੂਰੀ 'ਚ ਭਾਵੇਂ ਤੁਮ ਪਾਠ ਕਰਾ ਲਓ ਤੇ ਮਜਬੂਰੀ 'ਚ ਭਾਵੇਂ ਸੇਵਾ ਕੋਈ ਕਰਾ ਲਓ, ਖੱਟੇਗਾ ਕੁਝ ਨਹੀਂ। ਤੇ ਸ਼ੌਕ ਦੇ ਨਾਲ ਜੋ ਵੀ ਕਰਦਾ ਹੈ, ਪ੍ਰੇਮ ਨਾਲ ਕਰਦਾ ਹੈ, ਉਹ ਕੁਝ ਪ੍ਰਾਪਤ ਕਰ ਲੈਂਦਾ ਹੈ। ਮਹਾਰਾਜ ਕਹਿਣ ਲੱਗੇ ਸਾਡੇ ਤੇ ਆਪ ਨੇ ਕਿਰਪਾ ਕੀਤੀ, ਸਾਨੂੰ ਤੁਸਾਂ ਸੇਵਾ ਦਿੱਤੀ ਹੈ, ਹਰ ਜੀਅ ਨੂੰ ਸੇਵਾ ਦਿੱਤੀ ਹੈ, ਕਿਸੇ ਨੂੰ ਕੋਈ ਦਿੱਤੀ ਜੇ ਕਿਸੇ ਨੂੰ ਕੋਈ ਦਿੱਤੀ। ਸੇਵਕ ਕਹੋ ਤੁਮ ਸੇਵਾ ਦੀਨੀ। ਹੁਣ ਤ੍ਰਿਪਤ ਕੌਣ ਹੈ? ਦਰਸ਼ਨ ਦੇਖ ਅਗਾਈ। ਸੇਵਾ ਕਰਦਾ ਹੋਇਆ ਜੋ ਤੁਹਾਡੇ ਦਰਸ਼ਨ ਕਰਦਾ ਹੈ ਉਹ ਅਗਾ ਜਾਂਦਾ ਹੈ, ਉਹ ਤ੍ਰਿਪਤ ਹੋ ਜਾਂਦਾ ਹੈ। ਤੋ ਜੋ ਸੇਵਾ ਕਰਦਾ ਹੋਇਆ ਮਜਬੂਰੀ 'ਚ ਖਲੋਤਾ ਹੈ, ਹੋ ਸਕਦਾ ਕੋਲ ਖਲੋਤਾ ਹੋਵੇ ਪਰ ਦਰਸ਼ਨ ਦੀ ਬਰਕਤ ਨਾ ਪ੍ਰਾਪਤ ਕਰ ਪਾ ਰਿਹਾ ਹੋਵੇ। ਗੁਰਦੇਵ ਕਿਰਪਾ ਕਰਨ, ਅਸੀਂ ਜਿੱਥੇ ਵੀ ਹਾਂ, ਜਿਸ ਵੀ ਮੁਕਾਮ 'ਤੇ ਹਾਂ, ਜੋ ਵੀ ਕਰਮ ਸਾਨੂੰ ਕਰਨ ਨੂੰ ਕਰਤੱਵ ਮਿਲੇ ਹੈ, ਕਹੀਏ ਮਹਾਰਾਜ ਤੁਹਾਡੀ ਸੇਵਾ ਹੈ, ਤੁਸਾਂ ਬਖਸ਼ਿਸ਼ ਕੀਤੀ ਹੈ, ਇਹਦੇ ਵਿੱਚ ਹੀ ਤੇਰਾ ਦਰਸ਼ਨ ਹੈ, ਇਹਦੇ ਵਿੱਚ ਹੀ ਤੇਰਾ ਹੁਕਮ ਹੈ। ਅਸੀਂ ਸੁਣਿਆ ਨੂੰ ਸੁਜਾਨ ਰਾਏ ਦੇਖਣ ਨੂੰ ਗੁਰੂ ਮਹਾਰਾਜ ਦੇ ਦਰਸ਼ਨ ਨਹੀਂ ਕਰ ਪਾਉਂਦਾ, ਪਰ ਗੁਰੂ ਵੱਲੋਂ ਮਿਲੇ ਨੇ, ਉਹਦੇ ਦਰਸ਼ਨ ਕਰਨੇ ਦਸ਼ਮੇਸ਼ ਚਾਹੁੰਦੇ ਨੇ। ਤੇ ਕਹਿਣ ਲੱਗੇ ਸੁਜਾਨ ਤੇਰੇ ਦਰਸ਼ਨ ਕਰਨ ਵਾਸਤੇ ਬੈਠੇ ਸਾਂ। ਦੁਨੀਆ ਸਾਰੀ ਦਸ਼ਮੇਸ਼ ਦੇ ਦਰਸ਼ਨ ਕਰਨ ਵਾਸਤੇ ਉਡੀਕਾਂ ਕਰਦੀ ਹੈ ਤੇ ਦਸ਼ਮੇਸ਼ ਆਪਣੇ ਸਿੱਖ ਦੇ ਦਰਸ਼ਨ ਕਰਨ ਲਈ ਬੈਠਦੇ ਨੇ, ਕਿਉਂਕਿ ਉਹ ਸੇਵਾ 'ਚ ਰੁੱਝਾ ਪਿਆ। ਗੁਰਦੇਵ ਕਿਰਪਾ ਕਰਨ ਇਸ ਭਾਵ ਨੂੰ ਅਸੀਂ ਸਮਝ ਸਕੀਏ ਤੇ ਆਪਣੇ ਜੀਵਨ ਨੂੰ ਤਬਦੀਲੀ ਵਿੱਚ ਲਿਆ ਸਕੀਏ, ਹਿਰਦੇ ਵਿੱਚ ਉਹਦਾ ਭਾਵ ਟਿਕ ਸਕੇ ਤੇ ਸਾਨੂੰ ਆਨੰਦ ਪ੍ਰਾਪਤ ਹੋਏ, ਸਾਨੂੰ ਕਿਤੇ ਭੁੱਲੇ ਨਾ। ਬਸ ਇਤਨਾ ਕੁ ਹੋ ਜਾਏ, ਸਾਨੂੰ ਭੁੱਲ ਨਾ ਦੇ ਸੱਚੇ ਪਾਤਸ਼ਾਹ। ਇਤਨੇ ਕੁ ਬਚਨ ਪ੍ਰਵਾਨ ਕਰਨਾ, ਭੁੱਲ ਚੁੱਕ ਦੀ ਖਿਮਾ, ਆਸੀਸ ਤੇ ਪਿਆਰ ਦਿੰਦੇ ਫਤਿਹ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ